ਸਾਡੀ ਗਲਤ ਸਿਸਟਮ ਦੇ ਨਾਲ ਲੜਾਈ ਸੀ। ਗਲਤ ਸਿਸਟਮ ਨੂੰ ਹਟਾਉਣ ਵਿੱਚ ਕਾਮਯਾਬੀ ਉਹਨਾਂ ਦੇ ਸਹਿਯੋਗ ਦੇ ਨਾਲ, ਜਥੇਦਾਰ ਸਾਹਿਬ ਦੇ ਸਹਿਯੋਗ, ਅਕਾਲ ਤਖਤ ਦੇ ਸਹਿਯੋਗ, ਸੰਗਤ ਦੇ ਸਹਿਯੋਗ ਨਾਲ ਮਿਲੀ ਹੈ। ਤੁਹਾਡੀ ਜਿਹੜੀ ਇਲੈਕਸ਼ਨ ਹੈ ਇਹ ਕਿਸ ਢੰਗ ਨਾਲ ਹੋਈ ਸੀ ਕਿ ਜ਼ਬਾਨੀ ਤੌਰ ਤੇ ਹੋਈ ਸੀ ਕਿ ਕੋਈ VOTING ਸਿਸਟਮ ਦੇ ਰਾਹੀਂ? ਬਿਲਕੁਲ VOTING ਸਿਸਟਮ ਨਾਲ, ਪੂਰੇ ਡੈਮੋਕ੍ਰੈਟਿਕ ਵੇ ਨਾਲ ਹੋਈ ਸੀ। ਜਿੱਦਾਂ ਸਾਰੇ ਇਲੈਕਸ਼ਨ ਹੁੰਦੇ ਨੇ ਉਸੇ ਤਰੀਕੇ ਨਾਲ ਹੋਈ ਸੀ। ਤੇ ਤੁਸੀਂ ਆਪਣਾ ਜਿਹੜਾ ਕੈਂਡੀਡੇਟ ਹੈ ਉਹ ਕਿਹਨੂੰ ਬਣਾਇਆ? ਸਰਦਾਰ ਜਸਵੰਤ ਸਿੰਘ ਜੀ, ਔਰ ਉਹ ਜਿੱਤੇ ਵੀ ਸੀ ਕਾਫੀ ਵੋਟਾਂ ਤੇ ਆਪੋਜੀਸ਼ਨ ਚ ਕੌਣ ਸੀ? ਸਰਦਾਰ ਸੇਵਾ ਸਿੰਘ ਜੌਹਲ ਜੀ। ਬਿਲਕੁਲ ਸੰਗਤ ਦੇ ਸਹਿਯੋਗ ਨਾਲ ਸਾਰਾ। ਜਿਹੜੀ ਜੇਤੂ ਕਮੇਟੀ ਆ ਉਹ ਕੀ ਮੁੜ ਬਹਾਲ ਹੋਈ ਹੈ? ਜਿਹੜੇ ਜਸਵੰਤ ਸਿੰਘ ਜੀ ਨੇ ਉਹ ਹੁਣ ਉਹਨਾਂ ਦੀ ਬਹਾਲ ਹੋ ਗਈ ਹੈ ਕਮੇਟੀ, ਔਰ ਕੁਝ ਦਿਨਾਂ ਲਈ ਉਹ ਬਾਹਰ ਗਏ ਹੋਏ ਨੇ, ਆਉਣਗੇ, ਕਮੇਟੀ ਫਾਰਮ ਕਰਨਗੇ। ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਪ੍ਰਵਾਨਗੀ ਮਿਲੇਗੀ। ਜਸਵੰਤ ਸਿੰਘ ਦੇ ਲਈ ਪ੍ਰਵਾਨਗੀ, ਪ੍ਰਧਾਨ ਸਾਹਿਬ ਲਈ ਉਹਨਾਂ ਨੂੰ ਉੱਥੋਂ ਦੀ ਪ੍ਰਵਾਨਗੀ ਦਾ ਲੈਟਰ ਇੱਥੇ ਆਇਆ ਹੋਇਆ ਹੈ। ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਅਸੀਂ ਸਵਾਗਤ ਕਰਦੇ ਹਾਂ। ਬਰਨਪੁਰ ਗੁਰਦੁਆਰਾ ਸਿੱਖ ਸੰਗਤ ਦੀ ਸਮੱਸਿਆ ਲਗਭਗ ਹੱਲ ਚੁੱਕੀ ਹੈ। ਇਹ ਸਮੱਸਿਆ ਨੂੰ ਸੁਲਝਾਉਣ ਦੇ ਪਿੱਛੇ ਜਿਨ੍ਹਾਂ ਗੁਰਸਿੱਖਾਂ ਗੁਰਮੁਖਾਂ ਦਾ ਹੱਥ ਸੀਗਾ ਤੇ ਜਿਨ੍ਹਾਂ ਨੇ ਮੁੱਢ ਤੋਂ ਹੀ ਯਤਨਸ਼ੀਲ, ਬਹੁਤ ਹੀ ਪੀਸਫੁਲੀ ਪ੍ਰੋਟੈਸਟ ਕਰਦੇ ਹੋਏ, ਕਿਸੇ ਪ੍ਰਕਾਰ ਦੀ ਹਿੰਸਾ ਨਾ ਕਰਦੇ ਹੋਏ, ਅਹਿੰਸਾ ਦੇ ਰਸਤੇ ਦੇ ਵਿੱਚ ਨਾਨ ਵਾਇਲੈਂਟ ਹੋ ਕੇ ਇਸ ਸਮੱਸਿਆ ਨੂੰ ਕਾਨੂੰਨ ਅਤੇ ਧਰਮ ਦੇ ਰੂਲ ਦੇ ਮੁਤਾਬਿਕ, ਰਹਿਤ ਦੇ ਮੁਤਾਬਕ ਹੱਲ ਕੀਤਾ ਹੈ, ਉਹਨਾਂ ਕੋਲੋਂ ਸੱਚੀਆਂ ਸੂਚਨਾਵਾਂ ਲਵਾਂਗੇ ਕਿ ਇਸ ਸੱਚ ਦੇ ਪਿੱਛੇ ਦੀ ਅਸਲੀ ਕਹਾਣੀ ਕੀ ਸੀ ਤੇ ਕਿਰਦਾਰ ਕਿਹੜੇ ਸੀਗੇ। ਤੇ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ। ਉਸ ਤੋਂ ਪਹਿਲਾਂ ਫਿਰ ਅਸੀਂ ਵਾਰਤਾ ਨੂੰ ਆਰੰਭ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮੇਟੀ ਨੂੰ ਸੁਚਾਰੂ ਰੂਪ 'ਚ ਲੈ ਕੇ ਆਉਣ ਦੇ ਲਈ, ਦੂਸਰਾ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ 'ਚੋਂ ਆਏ ਹੋਏ ਹੁਕਮ ਨੂੰ ਲਾਗੂ ਕਰਨ ਦੇ ਲਈ ਯਤਨਸ਼ੀਲ ਸੀ। ਉਹ ਪਿਛਲੀ ਵਾਰ ਵੀ ਅਸੀਂ ਆਪਣੇ ਚੈਨਲ ਤੇ ਇਸ ਸਮੱਸਿਆ ਨੂੰ ਦਿਖਾਇਆ ਸੀ, ਜਿਸ ਵੇਲੇ ਉੱਥੇ ਹੋਰ ਜ਼ਿਆਦਾ ਇਹ ਸਮੱਸਿਆ ਭਖ ਰਹੀ ਸੀ ਤੇ ਉੱਥੇ ਇੱਕ ਡਿਸਪੈਂਸਰੀ ਸੀ ਭਾਈ ਕਨਈਆ ਜੀ ਦੇ ਨਾਂ ਤੇ, ਜਿਹਦੀ ਲਾਈਟ ਬੱਤੀ ਕੱਟੀ ਗਈ ਸੀਗੀ। ਤੇ ਹੁਣ ਲਗਭਗ ਉਹ ਸਮੱਸਿਆ ਜਿਹੜੀ ਹੈ ਹੱਲ ਹੋ ਰਹੀ ਹੈ। ਤੇ ਸਾਡੇ ਵਿਚਕਾਰ ਸਰਦਾਰ ਜਸਵਿੰਦਰ ਸਿੰਘ ਜੀ ਘੁੰਮਣ ਬੈਠੇ ਹੋਏ ਨੇ। ਅਸੀਂ ਉਹਨਾਂ ਕੋਲੋਂ ਪਹਿਲਾਂ ਫਤਿਹ ਦੀ ਸਾਂਝ ਕਰਾਂਗੇ, ਫਿਰ ਸੰਖਿਪਤ ਵਾਰਤਾ ਦੇ ਨਾਲ ਉਹਨਾਂ ਕੋਲੋਂ ਅਸੀਂ ਸੂਚਨਾਵਾਂ ਲਾਂਗੇ। ਵੀਰ ਜੀ, ਸਾਰੇ ਦਰਸ਼ਕਾਂ 'ਚ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣਾ ਸ਼ੁਭ ਨਾਮ ਦੱਸੋ ਜੀ। ਜਸਵਿੰਦਰ ਸਿੰਘ ਘੁੰਮਣ ਜੀ। ਜਸਵਿੰਦਰ ਸਿੰਘ ਜੀ, ਬਰਨਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਮੱਸਿਆ ਸੀ ਪਿਛਲੇ ਦਿਨਾਂ ਤੋਂ ਚੱਲੀ ਆ ਰਹੀ ਸੀ, ਜਿਹਦੇ ਵਿੱਚ ਮੇਰੇ ਖਿਆਲ ਨਾਲ ਤੁਸੀਂ ਮੁੱਢਲੇ ਰੂਪ 'ਚ ਲੱਗੇ ਹੋਏ ਸੀ। ਉਹਦੇ ਵਿੱਚ ਤੁਸੀਂ ਸੰਖਿਪਤ ਵਾਰਤਾ 'ਚ ਦੱਸੋ ਕਿ ਇਸ ਸਮੱਸਿਆ ਨੂੰ ਤੁਸੀਂ ਆਪਣੀ ਸੋਚ ਨਾਲ ਕਿੱਥੇ ਕਿੱਥੇ ਲੈ ਕੇ ਗਏ ਤੇ ਕਿਵੇਂ ਹੱਲ ਕੀਤਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਮੱਸਿਆ ਜਦੋਂ ਵੇਖੀ ਕਾਫੀ ਜਟਿਲ ਹੁੰਦੀ ਜਾ ਰਹੀ ਹੈ, ਔਰ ਇੱਕ ਧੜਾ ਜਿਹੜਾ ਉਹ ਕਾਬਜ਼ ਸੀ, ਉਸ ਨੂੰ ਹਟਾਉਣ ਲਈ ਅਸੀਂ ਆਪਣੇ ਵੱਲੋਂ ਕੋਸ਼ਿਸ਼ ਲਈ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਤ ਰੂਪ ਵਿੱਚ ਆਵੇਦਨ ਭੇਜੇ, ਔਰ ਹਮੇਸ਼ਾ ਉਹਨਾਂ ਦੇ ਨਾਲ ਅਪਡੇਟ ਕਰਦੇ ਰਹੇ, ਟਾਈਮ ਟੂ ਟਾਈਮ ਮੇਲ ਕਰਦੇ ਰਹੇ, ਔਰ ਇਸ ਉੱਤੇ ਉਹਨਾਂ ਨੇ ਪਿਛਲੇ ਦਿਨੀ ਸੁਣਵਾਈ ਕੀਤੀ। ਸਿੱਖ ਸੰਗਤ ਦੇ ਸਹਿਯੋਗ ਨਾਲ ਇਹ ਸਾਰਾ ਕੁਝ ਹੋ ਰਿਹਾ ਸੀ, ਔਰ ਉਹਨਾਂ ਦੀ ਸੁਣਵਾਈ ਦੇ ਉਪਰੰਤ ਜਿਹੜਾ ਧੜਾ ਉੱਥੇ ਕਾਬਜ਼ ਸੀ, ਉਹ ਧੜਾ ਰਹਿਤ ਮਰਿਆਦਾ ਕਹਿ ਲਓ ਜਾਂ ਪ੍ਰਬੰਧਕੀ ਵਿਵਸਥਾ ਦੇ ਜਿਹੜੇ ਸੋਸਾਇਟੀ ਐਕਟ ਹੈ ਉਹਨੂੰ ਫੋਲੋ ਕਰਨ ਦੇ ਲਈ ਕਹਿ ਲਓ, ਜਾਂ ਫਿਰ ਸੰਗਤਾਂ ਦਾ ਮਾਨ ਸਨਮਾਨ, ਜਾਂ ਓਪੋਜੀਸ਼ਨ ਦੀ ਵੀ ਇੱਕ ਕਦਰ ਹੁੰਦੀ ਹੈ। ਜਿਹੜੀ ਓਪੋਜੀਸ਼ਨ ਹੈ ਉਹਨੂੰ ਵੀ ਨਾਲ ਲੈ ਕੇ ਚੱਲੀਦਾ ਹੁੰਦਾ। ਵਿਦਆਊਟ ਓਪੋਜੀਸ਼ਨ ਕਦੀ ਵੀ ਕੋਈ ਸਰਕਾਰ ਵੀ ਨਹੀਂ ਚੱਲਦੀ। ਸੰਸਦ ਪਾਰਲੀਮੈਂਟ 'ਚ ਵੀ ਓਪੋਜੀਸ਼ਨ ਦਾ ਲੀਡਰ ਵੀ ਹੁੰਦਾ ਹੈ, ਉਹਨੂੰ ਸਥਾਨ ਦਿੱਤਾ ਜਾਂਦਾ ਹੈ। ਕੀ ਤੁਹਾਡੀ ਜਿਹੜੀ ਓਪੋਜੀਸ਼ਨ ਹੁੰਦੀ ਸੀ ਜਾਂ ਤੁਸੀਂ ਜਿਹੜੇ ਸਵਾਲ ਉਹਨਾਂ ਕੋਲੋਂ ਕਰਦੇ ਸੀ, ਕੋਈ ਕਦਰ ਕੀਮਤ ਤੇ ਸਨਮਾਨ ਉਹਨਾਂ ਵੱਲੋਂ ਤੁਹਾਨੂੰ ਕਿਸੇ ਨੂੰ ਨਹੀਂ ਮਿਲਦਾ ਸੀ? ਜੀ ਬਿਲਕੁਲ ਨਹੀਂ। ਉਹਨਾਂ ਨੇ ਇਸ ਚੀਜ਼ ਦਾ ਬਿਲਕੁਲ ਧਿਆਨ ਨਹੀਂ ਸੀ, ਉਹ ਇਸ ਚੀਜ਼ ਦਾ ਉਹਨਾਂ ਨੂੰ ਸੰਗਿਆਨ ਵੀ ਨਹੀਂ, ਨੌਲੇਜ ਵੀ ਨਹੀਂ ਹੈਗਾ ਕਿ ਸਾਡੇ ਜਿਹੜੇ ਵਿਰੋਧੀ ਨੇ ਜਾਂ ਓਪੋਜੀਸ਼ਨ ਵਾਲੇ ਨੇ ਉਹ ਵੀ ਸਿੱਖ ਕੌਮ ਦੇ ਹੀ ਨੁਮਾਇੰਦੇ ਨੇ, ਉਹ ਸਾਡੇ ਸਿੱਖ ਸੰਗਤ ਦੇ ਹੀ ਨੇ, ਸਾਡੇ ਭੈਣ ਭਰਾ ਨੇ। ਇਸ ਚੀਜ਼ ਦਾ ਉਹਨਾਂ ਨੂੰ ਬਿਲਕੁਲ ਨੌਲੇਜ ਨਹੀਂ ਹੈਗਾ। ਜੇ ਹੁੰਦਾ ਤੇ ਸਾਰੇ ਵਿਵਾਦ ਬਿਲਕੁਲ ਨਾ ਹੁੰਦੇ। ਇਸ ਕਰਕੇ ਸਾਨੂੰ ਅਕਾਲ ਤਖਤ ਸਾਹਿਬ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹੋਰ ਵੀ ਸੰਸਥਾਵਾਂ ਜਿੱਥੇ ਅਸੀਂ ਪਹੁੰਚ ਸਕਦੇ ਸੀ, ਉੱਥੇ ਪਹੁੰਚ ਕੇ ਇਸ ਚੀਜ਼ ਨੂੰ ਆਵੇਦਨ ਆਪਣਾ ਪ੍ਰਸਤੁਤ ਕੀਤਾ ਹੈ। ਔਰ ਅੱਗੇ ਜੋ ਹੁਣ ਤੁਸੀਂ ਸੁਣਿਆ ਹੈ ਜੋ ਹੋ ਰਿਹਾ ਹੈ, ਉਸ ਦਾ
ਆਪ ਜੀ ਕੁਐਸਚਨ ਕਰੋ ਤੇ ਫਿਰ ਤੁਸੀਂ ਤਾਂ ਸਾਰੀ ਸੰਗਤਾਂ ਦੀ ਇਕੱਤਰਤਾ ਹੀ ਕਰ ਰਹੇ ਸੀਗੇ, ਤੁਸੀਂ ਤਾਂ ਕੋਈ ਬਾਹਰੋਂ ਬੰਦੇ ਨਹੀਂ ਕਦੀ ਸੱਦੇ। ਬਿਲਕੁਲ ਨਹੀਂ ਜੀ, ਬਿਲਕੁਲ ਲੋਕਲ ਇੱਥੋਂ ਸਾਡੀ ਸੰਗਤ ਜਿਹੜੀ ਉਹ ਸਾਡਾ ਸਾਥ। ਸਾਧ ਸੰਗਤ ਨੂੰ ਲੈ ਕੇ ਹੀ ਤੁਸੀਂ ਸਾਰੀ ਤਿਆਰੀ ਸੀ। ਬਿਲਕੁਲ ਜੀ, ਸਾਡੀ ਇੱਥੋਂ ਦੀ ਬਾਣੀ ਸੰਗਤ ਵੀ ਤਾਂ ਕਹਿੰਦੀ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਗੁਰਬਾਣੀ ਦੇ ਫਰਮਾਨ ਦੇ ਮੁਤਾਬਿਕ ਹੀ ਤੁਸੀਂ ਫਿਰ ਤਾਂ ਸਾਰਾ ਜਿਹੜਾ ਪ੍ਰੋਗਰਾਮ ਹੈ ਇਹ ਕੀਤਾ ਹੈ। ਬਿਲਕੁਲ ਜੀ, ਗੁਰਬਾਣੀ ਦੇ ਰਾਹੀਂ ਔਰ ਗੁਰਬਾਣੀ ਨੂੰ ਨਾਲ ਲੈ ਕੇ ਜੋ ਗੁਰਬਾਣੀ ਵਿੱਚ ਲਿਖਿਆ ਗਿਆ ਹੈ ਉਸ ਦੇ ਉੱਪਰ ਹੀ ਅਮਲ ਕਰਦੇ ਹੋਏ ਅਸੀਂ ਉਸੇ ਰਾਹ ਵਿੱਚ ਚੱਲ ਕੇ ਔਰ ਇਸ ਕੰਮ ਨੂੰ ਵੀ ਅਸੀਂ ਗਾਂਹ ਲੈ ਕੇ ਜਾ ਰਹੇ ਸੀ। ਸਾਧ ਸੰਗਤ ਜੀ, ਜਿਨ੍ਹਾਂ ਨੇ ਗੁਰਬਾਣੀ ਤੇ ਪਹਿਰਾ ਦਿੱਤਾ ਅੱਜ ਉਹਨਾਂ ਦੇ ਇਤਿਹਾਸ 'ਚ ਨਾਮ ਜਿਉਂਦੇ ਹਨ। ਜੋ ਗੁਰ ਕਹੇ ਸੋਈ ਭਲ ਮਾਨੋ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਤੇ ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਕੋਏ। ਭਾਵੇਂ ਲੱਖ ਤੋਂ ਜੇ ਸਿਆਣਪ ਹੋਵੇ, ਚਤੁਰ ਚਲਾਕੀਆਂ ਹੋਣ ਨਾਲ ਨਹੀਂ ਜਾਣੀਆਂ। ਜਸਵਿੰਦਰ ਸਿੰਘ ਘੁੰਮਣ ਤੋਂ ਅਗਲੀ ਅਸੀਂ ਸੂਚਨਾ ਲਵਾਂਗੇ। ਇਹ ਪ੍ਰਬੰਧਕ ਕਮੇਟੀ ਜਿਹੜੀ ਤੁਹਾਡੇ ਕਥਨ ਦੇ ਮੁਤਾਬਿਕ ਗਲਤ ਚੱਲ ਰਹੀ ਸੀ, ਉਹਦੀ ਮੂਲ ਗਲਤੀ ਕਿਹੜੀ ਹੈ ਜਿਨ੍ਹਾਂ ਨੂੰ ਮਹਿਸੂਸ ਕਰਦੇ ਆ ਤੁਸੀਂ ਸੰਗਤ ਵਿੱਚ ਜਾ ਕੇ, ਸੰਗਤ ਦੀ ਕਚਹਿਰੀ 'ਚ ਜਾ ਕੇ ਇਹਨਾਂ ਦੇ ਪ੍ਰਤੀ ਸਵਾਲ ਰੱਖੇ? ਇਸ ਤਰ੍ਹਾਂ ਹੈ ਜੀ, ਇਹ ਕਮੇਟੀ ਦੋ ਆਪਸ ਵਿੱਚ ਜਿਹੜੇ ਸੂਝਵਾਨ ਸੀਗੇ ਸਿੱਖਾਂ ਦੇ ਧੜੇ, ਉਹਨਾਂ ਨੂੰ ਇੱਕ ਕਰਕੇ ਔਰ ਇੱਕ ਆਪਸੀ ਅੰਡਰਸਟੈਂਡਿੰਗ ਦੇ ਨਾਲ ਇੱਕ ਜੁਆਇੰਟ ਕਮੇਟੀ ਬਣਾਈ ਗਈ ਸੀ ਸਿਰਫ 2 ਸਾਲਾਂ ਲਈ, 2014 ਤੋਂ ਲੈ ਕੇ 2016 ਤੱਕ। ਇਹਦਾ ਜਿਹੜਾ ਟੈਨਿਓਰ 2016 ਵਿੱਚ ਖਤਮ ਹੋ ਗਿਆ ਸੀ। ਉਸ ਤੋਂ ਬਾਅਦ ਦੂਜੀ ਕਮੇਟੀ ਬਣਨੀ ਸੀ, ਜਿਸ ਲਈ ਉਹਨਾਂ ਕੋਲ ਬਾਰ-ਬਾਰ ਅਸੀਂ ਰਿਕੁਐਸਟ ਕਰ ਰਹੇ ਸੀ ਕਿ ਆਪ ਜੀ ਹੁਣ ਜਿਹੜੀ ਇਹ ਸੇਵਾ ਆਪਣੀ ਦੂਜੇ ਸਿੱਖਾਂ ਨੂੰ ਸੌਂਪੋ। ਸਿੱਖ ਸੰਗਤ ਜਿਹੜੀ ਹੈ ਉਹ ਆਪਣੇ ਸੋਚ ਕੇ ਆਪਣੀ ਕਮੇਟੀ ਫਾਰਮ ਕਰੇਗੀ, ਪਰ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ। ਬਾਰ-ਬਾਰ ਉਹ ਅਟੈਕ ਕਰਦੇ ਸੀ ਕਿ ਅਸੀਂ ਛੱਡਣਾ ਨਹੀਂ, ਔਰ ਮੰਨਣ ਨੂੰ ਬਿਲਕੁਲ ਤਿਆਰ ਨਹੀਂ ਸੀ, ਆਪਣੀ ਮਨਮਾਨੀ ਕਰ ਰਹੇ ਸੀ। ਇਸ ਕਰਕੇ ਸੰਗਤ ਦੇ ਸਹਿਯੋਗ ਦੇ ਨਾਲ ਫਿਰ ਸਾਨੂੰ ਦੂਜੇ ਪਾਸੇ ਜਾ ਕੇ ਅਕਾਲ ਤਖਤ ਨਹੀਂ, ਜੋ ਤੁਸੀਂ ਅਕਾਲ ਤਖਤ ਸਾਹਿਬ ਬੇਨਤੀਆਂ ਕੀਤੀਆਂ, ਸਥਾਨਕ ਤੌਰ ਤੇ ਗੁਰੂ ਘਰਾਂ ਨੂੰ ਕੀਤੀ ਹੈ, ਪਰ ਜਿਹੜੇ ਮੂਲ ਰੂਪ 'ਚ ਪ੍ਰਧਾਨ ਸੀ ਉਹ ਕੌਣ ਸੀ? ਕੀ ਨਾਂ ਉਹਦਾ ਹੈ? ਜਿਹੜੇ ਪਹਿਲੋਂ ਪ੍ਰਧਾਨ 2014 ਵਿੱਚ ਬਣੇ ਸੀ ਉਹ ਸਰਦਾਰ ਨਹੀਂ, ਜੀ। ਜਿਨ੍ਹਾਂ ਨਾਲ ਤੁਹਾਡੀ ਹੁਣ ਸਮੱਸਿਆ ਜਿਹੜੀ ਹੈ ਵੱਡੀ ਹੋ ਕੇ ਉੱਭਰੀ, ਉਹਨਾਂ ਦਾ ਕੀ ਨਾਮ ਸੀ ਜਿਨ੍ਹਾਂ ਕਰਕੇ ਇਹ ਤੁਹਾਨੂੰ ਅਕਾਲ ਤਖਤ ਸਾਹਿਬ ਜਾਣਾ ਪਿਆ? ਵੇਖੋ, ਉਹ ਜਿਹੜੀ ਕਮੇਟੀ ਹੁਣ ਇਹਨਾਂ ਨੇ ਮਨਮੋਹਨ ਸਿੰਘ ਵਾਧਵਾ ਜੀ ਬਣੇ ਸੀ, ਉਹ ਤਾਂ ਕਦੀ ਸਾਹਮਣੇ ਆਉਂਦੇ ਨਹੀਂ ਸੀ। ਉਹ ਬਿਲਕੁਲ ਪਿੱਛੇ ਲੁੱਕ ਕੇ ਰਹਿੰਦੇ ਸੀ। ਉਹ ਸਿਰਫ ਸਕੱਤਰ ਜਿਹੜਾ ਸੁਰਿੰਦਰ ਸਿੰਘ ਆਤੂ, ਉਹੀ ਸਵੈੰਭੂ ਬਣ ਕੇ ਉਹ ਇਕੱਲੇ ਚਲਾ ਰਹੇ ਸੀ। ਉਹਨਾਂ ਦੇ ਪ੍ਰਧਾਨ ਦੇ ਬਾਰੇ ਤੇ ਕਦੀ ਨਾ ਕੋਈ ਬਿਆਨ ਆਇਆ ਤੇ ਨਾ ਹੀ ਕਦੀ ਉਹਨਾਂ ਨੇ ਅਸੀਂ ਵੇਖਿਆ ਕਿ ਕਦੀ ਕੁਝ ਕਹਿੰਦੇ ਹੋਣ। ਗੁਰਦੁਆਰੇ ਦੇ ਬਾਰੇ ਉਹਨਾਂ ਨੇ ਕਦੀ ਵੀ ਕੁਝ ਨਹੀਂ ਕੀਤਾ। ਸਤਿਕਾਰਯੋਗ ਸਾਧ ਸੰਗਤ ਜੀ, ਅਦਾਰਾ ਚੈਨਲ ਕਿਸੇ ਨੂੰ ਪੱਖ ਦਾ, ਕਿਸੇ ਦਾ ਸਮਰਥਨ ਕਰਕੇ ਨਹੀਂ ਗੱਲ ਕਰ ਰਿਹਾ, ਸਿਰਫ ਇਹਨਾਂ ਕੋਲੋਂ ਸਵਾਲ ਕਰਕੇ ਸੂਚਨਾਵਾਂ ਆਪ ਜੀ ਤੱਕ ਪਹੁੰਚਾ ਰਿਹਾ ਹੈ। ਅਸੀਂ ਸੱਚ ਦੀ ਪੜਚੋਲ ਤੇ ਪੜਤਾਲ ਕਰਨ ਦੇ ਲਈ ਸਵਾਲ ਕਰ ਰਹੇ ਹਾਂ ਤਾਂ ਕਿ ਸੰਗਤ ਦੀ ਕਚਹਿਰੀ ਦੇ ਵਿੱਚ ਜਾ ਕੇ ਇਹ ਫੈਸਲਾ ਆਵੇ। ਜਿਸ ਸੁਰਿੰਦਰ ਸਿੰਘ ਜੀ ਦੇ ਨਾਮ ਤੁਸੀਂ ਗੱਲ ਕਰ ਰਹੇ ਹੋ, ਗੁਰੂ ਮਰਿਆਦਾ, ਗੁਰੂ ਦੇ ਘਰ ਦੀ ਵੀ ਇੱਕ ਮਰਿਆਦਾ ਹੁੰਦੀ ਹੈ, ਧਰਮ ਦਾ ਪਾਲਨ, ਨਿਤਨੇਮ ਤੋਂ ਲੈ ਕੇ ਰਾਤ ਤੁਹਾਡੇ ਸੁਖਾਸਨ ਤੱਕ ਦੀ ਸਾਰੀ ਮਰਿਆਦਾ ਹੁੰਦੀ ਆ। ਗੁਰਪੁਰਬ ਦੀ ਵੀ ਮਰਿਆਦਾ ਹੁੰਦੀ ਹੈ। ਫਿਰ ਆਏ ਗਏ ਆਸਥਾਨਕ ਸਿੱਖ ਸੰਗਤਾਂ ਦੇ ਪਰਿਵਾਰਾਂ ਦੇ ਪ੍ਰੋਗਰਾਮ ਵੀ ਗੁਰਪੁਰਬਾਂ ਚੱਲਦੇ ਆ। ਇਹਨਾਂ ਸਾਰੀਆਂ ਸਥਿਤੀਆਂ ਨੂੰ ਦੇਖ ਕੇ ਕਿ ਸੰਗਤ ਅਸੰਤੁਸ਼ਟ ਸੀਗੀ ਉਹਨਾਂ ਕੋਲੋਂ? ਬਿਲਕੁਲ ਅਸੰਤੁਸ਼ਟ ਸੀ। ਔਰ ਜਿਹੜੇ ਇੱਕ ਸਿੱਖ ਮਰਿਆਦਾ ਜਾਂ ਸਿੱਖ ਰਹਿਤ ਮਰਿਆਦਾ ਕਹੋ ਜਾਂ ਸਿੱਖੀ ਦੇ ਤੌਰ ਤੇ ਚੱਲਣਾ ਔਰ ਸੇਵਾ ਕਰਨੀ, ਉਹ ਬਿਲਕੁਲ ਨਜ਼ਰ ਨਹੀਂ ਸੀ ਆਉਂਦਾ। ਉਹ ਇੱਕ ਅਲੱਗ, ਇਹਨਾਂ ਨੂੰ ਆਉਂਦਾ ਨਹੀਂ ਸੀ ਕੁਝ ਵੀ ਕੰਮ। ਜੇ ਆਉਂਦਾ ਹੁੰਦਾ ਤੇ ਆ ਵਿਵਾਦ ਕਿਉਂ ਹੁੰਦੇ? ਮੈਂ ਜਦੋਂ ਕਿਸੇ ਅਹੁਦੇ ਤੇ, ਮੰਨ ਲਓ ਜੇ ਮੈਨੂੰ ਕੋਈ ਸੇਵਾ ਮਿਲੀ ਏ ਤੇ ਮੇਰਾ ਇੱਕ ਵੀ ਸਿੱਖ ਭਾਈ ਭੈਣ ਮੇਰੇ ਤੋਂ ਵਿਛੜ ਕੇ ਕਿੱਦਾਂ ਰਹਿ ਸਕਦੇ? ਕਦੀ ਹੋ ਹੀ ਨਹੀਂ ਸਕਦਾ। ਸਾਰੇ ਬਿਲਕੁਲ ਮੇਰੇ ਨਾਲ ਜੁੜ ਕੇ ਰਹਿਣਗੇ। ਜੇ ਕੋਈ ਵਿਛੜਿਆ ਵੀ ਹੈ, ਜੇ ਵੱਖਰਾ ਹੋ ਗਿਆ ਤੇ ਸਾਡੇ ਵਿੱਚ ਉਹ ਕੈਪੈਬਿਲਿਟੀ ਹੋਣੀ ਚਾਹੀਦੀ ਕਿ ਮੈਂ ਉਸ ਚੇਅਰ ਤੇ ਬੈਠਾ ਵਾਂ ਤੇ ਮੈਂ ਉਹਨੂੰ ਆਪਣੇ ਨਾਲ ਰਲਾਵਾਂ। ਕਿਉਂ ਰੁੱਸ ਕੇ ਕੋਈ ਰਹੇ? ਇੱਕ ਸ਼ਿਕਾਇਤ ਇਹ ਵੀ ਸੁਣੀ ਹੈ, ਰਹਿ ਰਾਸ ਦੇ ਟਾਈਮ ਤੇ ਉੱਥੇ ਮਖਾਣੇ ਵਰਤੇ ਜਾਂਦੇ ਆ, ਦੇਗ ਨਹੀਂ ਬਣਦੀ ਸੀ। ਇਹਦਾ ਕਾਰਨ ਕੀ ਆ? ਇਹਦਾ ਕਾਰਨ ਇਹ ਹੈ ਕਿ ਬਿਲਕੁਲ ਉਹਨਾਂ ਨੂੰ ਇਸ ਚੀਜ਼ ਦਾ ਬਿਲਕੁਲ ਨੌਲੇਜ ਨਹੀਂ ਹੈਗਾ ਕਿ ਦੇਗ ਗੁਰੂ ਮਹਾਰਾਜ ਦੀ ਦੇਣ ਹੈ। ਔਰ ਇਹ ਮਖਾਣੇ ਕਿੱਥੋਂ ਬਣ ਕੇ ਆਏ ਨੇ, ਕਿਸ ਰੂਪ ਵਿੱਚ, ਕਿੰਨੇ ਬਣਾਏ ਨੇ, ਝੂਠਾ ਸੱਚਾ, ਉਹਦੇ ਵਿੱਚ ਕੀ ਚੀਜ਼ ਹੈਗੀ, ਉਹਨੂੰ ਕਿੱਦਾਂ ਪ੍ਰਸ਼ਾਦ ਮੰਨਿਆ ਜਾ ਸਕਦਾ? ਉਹਦੇ ਤਾਂ ਕਿਰਪਾਨ ਵੀ ਨਹੀਂ ਫਿਰਦੀ। ਬਿਲਕੁਲ ਨਹੀਂ, ਉੱਤੇ ਕਿਰਪਾਨ ਨਹੀਂ ਫਿਰਦੀ, ਉਹਨੂੰ ਪ੍ਰਸ਼ਾਦ ਮੰਨਿਆ ਹੀ ਨਹੀਂ ਜਾ ਸਕਦਾ। ਪ੍ਰਸ਼ਾਦ ਤੇ ਸਾਡਾ ਦੇਗ ਹੀ ਹੋਇਆ ਗੁਰੂ ਮਹਾਰਾਜ ਦੀ। ਇਹ ਜਦੋਂ ਸ਼ਿਕਾਇਤਾਂ ਉਹਨਾਂ ਨੂੰ ਤੁਸੀਂ ਕਰਦੇ ਸੀ ਤਾਂ ਉਹਨਾਂ ਨੂੰ ਸੁਚੇਤਨਾ ਵਜੋਂ ਕੀ ਕੋਈ ਗਿਆਨ ਲੈਂਦੇ ਸੀ ਕਿ ਉਹ 'ਤੇ ਵੀ ਵਿਰੋਧ ਕਰਦੇ ਸੀ? ਉਹ ਆਪਣੇ ਤਰੀਕੇ ਨਾਲ ਉਹੀ ਮਖਾਣੇ ਵਰਤੀ ਜਾ ਰਹੇ ਸੀ। ਉਹਨਾਂ ਦੇ ਕੋਈ ਅਸਰ ਨਹੀਂ ਸੀ ਹੁੰਦਾ ਕਹਿਣ ਦਾ। ਉਹ ਆਪਣੇ ਤਰੀਕੇ ਨਾਲ ਉਹ
ਚਲਾਈ ਜਾ ਰਹੇ ਸੀ। ਉਹਨਾਂ ਨੂੰ ਇਸ ਦਾ ਸੰਗਿਆਨ ਹੀ ਨਹੀਂ ਹੈਗਾ, ਨੌਲੇਜ ਨਹੀਂ ਹੈਗਾ, ਦੇਖ ਕੀ ਹੁੰਦੀ ਹੈ, ਗੁਰਬਾਣੀ ਕੀ ਹੁੰਦੀ ਹੈ। ਮੇਰਾ ਤਾਂ ਇਹ ਵੀ ਕਹਿਣਾ ਹੈ ਕਿ ਤੁਸੀਂ ਆਓ ਪੰਜਾਂ ਬਾਣੀਆਂ ਦਾ ਪਾਠ ਬਹਿ ਕੇ ਮੂੰਹ ਜ਼ਬਾਨੀ ਪੜ੍ਹੋ ਮੇਰੇ ਨਾਲ। ਜਿਹੜਾ ਪੜ੍ਹ ਲੇਗਾ ਉਹ ਬੈਠੇ ਉੱਥੇ, ਜਿਹੜਾ ਨਹੀਂ ਮੈਂ ਵੀ ਨਹੀਂ ਪੜ੍ਹਾਂਗਾ, ਮੈਂ ਵੀ ਬਿਲਕੁਲ ਉੱਥੇ ਨਹੀਂ ਰਹਾਂਗਾ। ਇਹ ਬਹੁਤ ਸੋਹਣੀ ਚੁਣੌਤੀ ਹੈ। ਸਿੱਖ ਧਰਮ ਜੋ ਹੈ ਉਹ ਜੀਵਨ ਸੰਸਕਾਰਾਂ ਦੇ ਨਾਲ ਜੁੜਿਆ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਸਾਡੇ ਜੀਵਨ ਦੇ ਵਿੱਚ ਕੁਝ ਸੰਸਕਾਰ ਸਾਡੀ ਮਰਿਆਦਾ ਦੇ ਅਨੁਸਾਰ ਹਨ। ਇੱਕ ਜਨਮ ਸੰਸਕਾਰ ਹੈ, ਇੱਕ ਜੀਵਨ ਸੰਸਕਾਰ ਹੈ, ਇੱਕ ਆਨੰਦ ਸੰਸਕਾਰ ਹੈ, ਇੱਕ ਮ੍ਰਿਤੂ ਸੰਸਕਾਰ ਹੈ। ਇਹ ਕਿਉਂ ਹਨ? ਜਦੋਂ ਸਾਡਾ ਬੱਚਾ ਕੋਈ ਜੰਮਦਾ ਹੈ ਅਸੀਂ ਗੁਰਦੁਆਰੇ ਲੈ ਜਾਂਦੇ ਹਾਂ, ਕਿਉਂਕਿ ਉਹਦੇ ਜਨਮ ਦਿਨ ਦੇ ਜਿਹੜੇ ਜਨਮ ਸੰਸਕਾਰ ਹਨ ਗੁਰੂ ਰੀਤੀ ਰਿਵਾਜਾਂ ਨਾਲ ਅਸੀਂ ਪੂਰਾ ਕਰਦੇ ਹਾਂ। ਫਿਰ ਜੀਵਨ ਦੇ ਵਿੱਚ ਜਿੰਨੀਆਂ ਖੁਸ਼ੀਆਂ ਆਉਂਦੀਆਂ, ਕਿਸੇ ਨੂੰ ਨੌਕਰੀ ਮਿਲੀ ਹੈ, ਕੋਈ ਵਿੱਦਿਆ 'ਚੋਂ ਪਾਸ ਹੋਇਆ ਹੈ, ਕੋਈ ਪੜ੍ਹਾਈ 'ਚ ਫਸਟ ਆਇਆ ਹੈ, ਕਿਸੇ ਨੂੰ ਕੋਈ ਇਨਾਮ ਮਿਲਿਆ, ਕੋਈ ਖੇਡਾਂ ਵਿੱਚ ਆਇਆ, ਉਹ ਜੀਵਨ ਸੰਸਕਾਰਾਂ ਦੇ ਵਿੱਚ ਗੁਰੂ ਘਰ ਤੋਂ ਮਾਨ ਸਨਮਾਨ ਪ੍ਰਾਪਤ ਕਰਦੇ ਹਨ। ਉਸ ਤੋਂ ਬਾਅਦ ਆਨੰਦ ਕਾਰਜ ਜਿਹੜੇ ਹੁੰਦੇ ਉਹ ਪ੍ਰਵਿਰਤੀ ਕਰਮ ਦ੍ਰਿੜਾਇਆ 4 ਲਾਵਾਂ ਦੇ ਵਿੱਚ ਜਿਹੜਾ ਹੈ ਇਹ ਸੰਸਕਾਰ ਪੂਰਾ ਹੁੰਦਾ ਹੈ। ਜਦੋਂ ਅਸੀਂ ਕੋਈ ਮ੍ਰਿਤੂ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਫਿਰ ਉਹਦੇ ਅੰਤਿਮ ਸੰਸਕਾਰ ਵੀ ਗੁਰੂ ਘਰ ਦੇ ਵਿੱਚ ਹੁੰਦੇ, ਅਰਥਾਤ ਅੰਤਿਮ ਅਰਦਾਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੁੰਦੀ ਹੈ। ਅਤੇ ਇਹ ਸਾਰੀਆਂ ਮਰਿਆਦਾ ਕਿ ਉਹ ਸਕੱਤਰ ਜਿਹੜੇ ਤੁਸੀਂ ਜਿਨ੍ਹਾਂ ਦੇ ਪ੍ਰਤੀ ਖਿਲਾਫਤ ਜਾਂ ਵਿਰੋਧ ਕਰਦੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਸੀ। ਬਿਲਕੁਲ ਇਸ ਚੀਜ਼ ਦਾ ਨੌਲੇਜ ਨਹੀਂ ਹੈਗਾ। ਮੈਨੂੰ ਤਾਂ ਲੱਗਦਾ ਹੈ ਉਹਨਾਂ ਨੂੰ ਕਿ ਗੁਰਮੁਖੀ ਵੀ ਪੜ੍ਹਨੀ ਨਹੀਂ ਆਉਂਦੀ, ਗੁਰਬਾਣੀ ਕਿੱਥੋਂ ਪੜ੍ਹਦੇ ਹੋਣਗੇ। ਜਿਹੜਾ ਗੁਰਮੁਖੀ ਨਹੀਂ ਜਾਣਦਾ ਪੜ੍ਹਨੀ, ਉਹ ਗੁਰਬਾਣੀ ਦਾ ਸਹੀ ਉਚਾਰਨ ਕਿੱਦਾਂ ਕਰੇਗਾ। ਅਸੀਂ ਆਲੇ ਦੁਆਲੇ ਦੀਆਂ ਜਿੰਨੀਆਂ ਵੀ ਤੁਹਾਡੇ ਪ੍ਰਬੰਧਕ ਕਮੇਟੀਆਂ ਹਨ, ਉਹਨਾਂ ਦਾ ਕੀ ਉਹਨਾਂ ਨੂੰ ਸਮਰਥਨ ਪ੍ਰਾਪਤ ਸੀ ਕਿ ਉਹ ਵੀ ਤੁਹਾਡੇ ਵਾਂਗੂ ਉਹਨਾਂ ਦਾ ਵਿਰੋਧ ਕਰਦੀਆਂ ਸੀ? ਜਦੋਂ ਅਸੀਂ ਜਿੰਨੀਆਂ ਆਪਣੀਆਂ ਨੇੜੇ ਦੀਆਂ ਕਮੇਟੀਆਂ ਜਾਂ ਪੱਛਮੀ ਬਰਦਵਾਨ ਦੀਆਂ ਕਮੇਟੀਆਂ ਨੂੰ ਜਦੋਂ ਆਪਣੀ ਗੱਲ ਰੱਖੀ ਤੇ ਫਿਰ ਉਹ ਸਾਰੇ ਸਮਝੇ, ਫਿਰ ਉਹ ਸਾਡੇ ਸਮਰਥਨ ਵਿੱਚ ਆਏ। ਜਦੋਂ ਤੱਕ ਉਹਨਾਂ ਨੂੰ ਪਤਾ ਨਹੀਂ ਸੀ ਉਦੋਂ ਤੱਕ ਨਹੀਂ ਸੀ ਪਤਾ, ਜਦੋਂ ਪਤਾ ਲੱਗਾ ਤਾਂ ਸਾਰੇ ਸਾਡੇ ਫੇਵਰ ਵਿੱਚ ਆਏ। ਉਹਨਾਂ ਨੇ ਲਿਖਤੀ ਰੂਪ ਵਿੱਚ ਸਾਨੂੰ ਚਿੱਠੀਆਂ ਦਿੱਤੀਆਂ ਹੋਈਆਂ ਨੇ ਕਿ ਇਹ ਬਿਲਕੁਲ ਗਲਤ ਚੱਲ ਰਿਹਾ ਔਰ ਸਹੀ ਹੋਣਾ ਚਾਹੀਦਾ। ਸਹੀ ਕਮੇਟੀ, ਸੱਚੇ ਬੰਦੇ, ਸੂਝਵਾਨ ਬੰਦੇ ਜਿਹੜੇ ਕਮੇਟੀ ਵਿੱਚ ਆਉਣੇ ਚਾਹੀਦੇ ਨੇ। ਸਥਾਨਕ ਰੂਪ ਸੇ ਕਿਸੇ ਸਿਆਸੀ ਨੇਤਾ ਜਾਂ ਸਿਆਸੀ ਧੜੇ ਦਾ, ਸਿਆਸੀ ਪਾਰਟੀ ਦਾ ਕਦੀ ਸਾਥ ਲਿਆ ਜਾਂ ਕਿਸੇ ਕੋਲ ਗਏ ਹੋ ਤੁਸੀਂ? ਅਸੀਂ ਆਪਣੀ ਇੱਕ ਲੈਟਰ ਸਿੱਖ ਸੰਗਤ ਦੀ ਹੈ ਉਹਦੀ ਫਾਰਵਰਡ ਕਰਨ ਲਈ ਉਹਨਾਂ ਕੋਲ ਰਿਕੁਐਸਟ ਕੀਤੀ ਸੀ। ਉਹਨਾਂ ਨੇ ਸਾਡੀ ਲੈਟਰ ਖਾਲੀ ਫਾਰਵਰਡ ਕੀਤੀ ਸੀ, ਦੈਟਸ ਐਨ। ਤੁਸੀਂ ਕਿਹਨਾਂ ਨੂੰ ਲੈਟਰ ਲਿਖੀ ਸੀ? ਉਹ ਅਸੀਂ ਇੱਥੋਂ ਦੇ ਆਨਰੇਬਲ ਲਾਅ ਮਿਨਿਸਟਰ ਨੂੰ ਲਿਖੀ ਸੀ। ਉਹਨਾਂ ਨੇ ਸਾਡੀ ਚਿੱਠੀ ਨੂੰ, ਸਿੱਖ ਸੰਗਤ ਦੀ ਚਿੱਠੀ ਨੂੰ ਫਾਰਵਰਡ ਕੀਤਾ ਸੀ ਅਕਾਲ ਤਖਤ ਸਾਹਿਬ। ਲਾਅ ਮਿਨਿਸਟਰ ਵੈਸਟ ਬੰਗਾਲ ਗਵਰਨਮੈਂਟ? ਹਾਂਜੀ, ਲਾਅ ਮਿਨਿਸਟਰ ਵੈਸਟ ਬੰਗਾਲ ਗਵਰਨਮੈਂਟ। ਸਟੇਟ ਗਵਰਨਮੈਂਟ ਦੇ ਲਾਅ ਮਿਨਿਸਟਰ? ਹਾਂਜੀ, ਸਟੇਟ ਗਵਰਨਮੈਂਟ ਦੇ ਲਾਅ। ਉਹਨਾਂ ਨੇ ਤੁਹਾਡੀ ਐਜ਼ ਇਟ ਇਜ਼ ਚਿੱਠੀ ਨੂੰ ਫਾਰਵਰਡਿੰਗ ਲੈਟਰ ਬਣਾਇਆ ਸੀ? ਐਜ਼ ਇਟ ਇਜ਼ ਜਿਹੜੀ ਚਿੱਠੀ ਮੈਂ ਲਿਖੀ ਸੀ ਸਿੱਖ ਸੰਗਤ ਵੱਲੋਂ, ਉਸ ਚਿੱਠੀ ਨੂੰ ਸਿਰਫ ਉਹਨਾਂ ਨੇ ਫਾਰਵਰਡ ਕਰ ਦਿੱਤਾ ਸੀ। ਮਤਲਬ ਆਪਦੇ ਵੱਲੋਂ ਕੋਈ ਕਮੈਂਟ ਉਹਦੇ ਵਿੱਚ ਜਾਂ ਆਪਦੇ ਵੱਲੋਂ ਕੋਈ ਡਾਇਰੈਕਸ਼ਨ ਜਾਂ ਆਪਦੇ ਵੱਲੋਂ ਕੋਈ ਰਿਕੁਐਸਟ ਉਹ 'ਚ ਦਰਜ ਨਹੀਂ ਸੀ? ਨਹੀਂ ਜੀ, ਉਹ 'ਚ ਕੋਈ ਦਰਜ ਨਹੀਂ ਸੀ। ਮੈਂ ਆਪਣੀ ਜਿਹੜੀ ਚਿੱਠੀ ਲਿਖੀ ਸੀ ਉਹਨੂੰ ਫਾਰਵਰਡ ਕਰਨ ਲਈ ਕਿਹਾ। ਅਕਾਲ ਤਖਤ ਸਾਹਿਬ ਨੂੰ ਜਿਹੜੀ ਚਿੱਠੀ ਲਿਖੀ ਸੀ ਉਹਨੂੰ ਸਿਰਫ ਫਾਰਵਰਡ ਕਰਨ ਲਈ ਕਿਹਾ। ਕਿਉਂਕਿ ਮਾਮਲਾ ਸਿੱਖ ਧਰਮ ਦੇ ਵਿੱਚ ਦਾ ਸੀ ਤੇ ਪ੍ਰਬੰਧਕ ਕਮੇਟੀ ਦਾ ਸੀ, ਇਸ ਲਈ ਲਾਅ ਮਿਨਿਸਟਰ ਜ਼ਰੂਰ ਜਾਣਦੇ ਹੋਣਗੇ, ਸੂਝਵਾਨ ਸੀਗੇ ਕਿ ਗੁਰੂ ਘਰ ਦੀ ਸਮੱਸਿਆ ਜਿਹੜੀ ਹੈ ਉਹ ਗੁਰੂ ਘਰ ਹੀ ਸੰਭਾਲੇਗਾ। ਇਸ ਕਰਕੇ ਸ਼ਾਇਦ ਉਹਨਾਂ ਨੇ ਆਪਣੀ ਸੂਝ-ਬੂਝਤਾ ਵਰਤੇ ਹੋਏ ਸਰਦਾਰ ਜਸਵਿੰਦਰ ਸਿੰਘ ਜੀ ਦੇ ਖੱਤ ਨੂੰ, ਉਹਨਾਂ ਦੀ ਚਿੱਠੀ ਨੂੰ ਐਜ਼ ਇਟ ਇਜ਼ ਫਾਰਵਰਡ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਤੇ ਛੱਡ ਦਿੱਤਾ ਹੋਵੇਗਾ। ਇਹੀ ਹੋਇਆ? ਬਿਲਕੁਲ ਜੀ, ਇਹੀ ਗੱਲ ਹੋਈ ਸੀ। ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਕੀ ਡਾਇਰੈਕਸ਼ਨ ਆਇਆ? ਉਹਨਾਂ ਵੱਲੋਂ ਫਿਰ ਆਇਆ ਕਿ ਜੋ ਇਹ ਲਿਖ ਰਹੇ ਨੇ, ਅਸੀਂ ਲਿਖਿਆ ਸੀ ਕਮੇਟੀ ਚੇਂਜ ਕਰੀ ਇਲੈਕਸ਼ਨ ਕਰਵਾਉਣ ਲਈ, ਔਰ ਫਿਰ ਉਹਨਾਂ ਨੇ ਉਹੀ ਉੱਥੋਂ ਕਿਹਾ ਕਿ ਇਹ ਜਿਹੜੇ ਚਾਹ ਰਹੇ ਨੇ ਇਹਨਾਂ ਦਾ ਇਲੈਕਸ਼ਨ ਜਿਹੜਾ ਹੈ ਅਸੀਂ ਕਰਵਾਉਣਾ ਚਾਹੁੰਦੇ ਹਾਂ, ਤੁਹਾਡਾ ਸਹਿਯੋਗ ਉੱਥੋਂ ਐਡਮਿਨਿਸਟ੍ਰੇਸ਼ਨ ਦਾ ਚਾਹੀਦਾ ਬਸ। ਤੁਹਾਡੀ ਜਿਹੜੀ ਇਲੈਕਸ਼ਨ ਹੈ ਇਹ ਕਿਸ ਢੰਗ ਨਾਲ ਹੋਈ ਸੀ? ਕਿ ਜ਼ਬਾਨੀ ਤੌਰ ਤੇ ਹੋਈ ਸੀ ਕਿ ਕੋਈ VOTING ਸਿਸਟਮ ਦੇ ਰਾਹੀਂ? ਬਿਲਕੁਲ VOTING ਸਿਸਟਮ ਨਾਲ, ਪੂਰੇ ਡੈਮੋਕ੍ਰੈਟਿਕ ਵੇ ਨਾਲ ਹੋਈ ਸੀ, ਜਿੱਦਾਂ ਸਾਰੇ ਇਲੈਕਸ਼ਨ ਹੁੰਦੇ ਨੇ ਉਸੇ ਤਰੀਕੇ ਨਾਲ ਹੋਈ ਸੀ ਜੀ। ਤੇ ਤੁਸੀਂ ਆਪਣਾ ਜਿਹੜਾ ਕੈਂਡੀਡੇਟ ਹੈ ਉਹ ਕਿਹਨੂੰ ਬਣਾਇਆ ਸੀ? ਸਰਦਾਰ ਜਸਵੰਤ ਸਿੰਘ ਜੀ, ਔਰ ਉਹ ਜਿੱਤੇ ਵੀ ਸੀ ਕਾਫੀ ਵੋਟਾਂ ਤੇ। ਆਪੋਜੀਸ਼ਨ ਚ ਕੌਣ ਸੀਗੇ? ਸਰਦਾਰ ਸੇਵਾ ਸਿੰਘ ਜੌਹਲ ਜੀ। ਅੱਛਾ ਜੀ। ਤੇ ਸਰਦਾਰ ਜਸਵੰਤ ਸਿੰਘ ਜੀ ਕੀ ਜੇਤੂ ਪ੍ਰਧਾਨ ਬਣੇ? ਬਿਲਕੁਲ, ਉਹ ਜੇਤੂ ਪ੍ਰਧਾਨ ਨੇ ਜੀ। ਤੇ ਜੇਤੂ ਪ੍ਰਧਾਨ ਬਣਨ ਤੋਂ ਬਾਅਦ ਤੁਸੀਂ ਪ੍ਰਬੰਧਕ ਕਮੇਟੀ 'ਚ ਆਏ ਜਾਂ ਮਤਲਬ ਜਿਨ੍ਹਾਂ ਨੂੰ ਤੁਸੀਂ ਸਮਰਥਨ ਕਰ ਰਹੇ ਸੀ ਉਹ ਚਾਰਜ ਵਿੱਚ ਆਏ? ਵੇਖੋ ਇੱਦਾਂ ਜੀ, ਜਦੋਂ ਅਕਾਲ ਤਖਤ ਸਾਹਿਬ ਦੇ ਸਹਿਯੋਗ ਔਰ ਲੋਕਲ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ, ਲੋਕਲ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਔਰ ਸੰਗਤ ਦੇ ਸਹਿਯੋਗ ਨਾਲ, ਸੰਗਤ ਜਦੋਂ ਚਾਹੁੰਦੀ ਸੀ ਤਾਂ ਹੀ ਇੰਨੀ ਜ਼ਿਆਦਾ VOTING ਹੋਈ। ਜੇ ਸੰਗਤ ਚਾਹੁੰਦੀ ਤਾਂ ਉਹਨਾਂ ਨੇ ਵੋਟ ਦਿੱਤੇ, 857 ਵੋਟਾਂ ਨਾਲ ਜਿੱਤੇ ਨੇ, ਔਰ 1100 VOTING ਹੋਈ ਜਿਹਦੇ ਵਿੱਚ ਸੰਗਤ ਜੇ ਨਾ ਚਾਹੁੰਦੀ ਤਾਂ VOTING ਹੋਣੀ ਨਹੀਂ ਸੀ। ਇਹਦਾ ਮਤਲਬ ਸੰਗਤ ਚਾਹੁੰਦੀ ਹੈ ਤਾਂ ਹੀ VOTING ਹੋਈ ਹੈ ਔਰ ਜਿੱਤੇ ਵੀ। ਔਰ ਇਸ ਕਰਕੇ ਕਮੇਟੀ ਬਣਾਉਣ ਤੋਂ ਪਹਿਲਾਂ ਇਹਨਾਂ ਨੇ ਅਕਾਲ ਤਖਤ ਦੇ ਇਸ ਆਰਡਰ ਨੂੰ, ਮਤਲਬ ਇਲੈਕਸ਼ਨ ਨੂੰ, ਔਰ ਸੰਗਤ ਦੇ ਇਹ ਜਿਹੜਾ
ਇਹਨਾਂ ਦਾ ਇਨੀਸ਼ੀਏਟ ਇਹੀ ਕਿ ਸੰਗਤ ਚਾਹੁੰਦੀ ਸੀ ਕਿ ਵੋਟ ਦਿੱਤੇ ਉਹਨਾਂ ਨੇ ਚਾਹੁੰਦੀ ਸੀ ਬਦਲਣਾ, ਕਮੇਟੀ ਬਣਾਉਣਾ ਚਾਹੁੰਦੀ ਸੀ। ਇਹਦੇ ਵਿਰੁੱਧ ਜਾ ਕੇ ਇਹਨਾਂ ਨੇ ਕੋਰਟ ਸੰਗਤ ਦੇ ਰੁਝਾਨ ਦੇ ਵਿਰੁੱਧ ਗਏ, ਰੁਝਾਨ ਦੇ ਵਿਰੁੱਧ ਜਾ ਕੇ ਸਾਰੀਆਂ ਜਿੰਨੀਆਂ ਇਹ ਫਾਰਮੈਲਿਟੀਜ਼ ਹੋਈਆਂ ਸਨ ਇਲੈਕਸ਼ਨ ਦੀਆਂ, ਸਾਰਿਆਂ ਦੇ ਵਿਰੁੱਧ ਜਾ ਕੇ ਔਰ ਇਹਨਾਂ ਨੇ ਕੋਰਟ ਵਿੱਚ ਕੇਸ ਕੀਤਾ ਹੋਇਆ ਹੈ, ਜਿਹੜਾ ਕਿ ਬਿਲਕੁਲ ਨਾਜਾਇਜ਼, ਮਰਿਆਦਾ ਦੇ ਅਗੇਂਸਟ, ਸਿੱਖ ਸੰਗਤ ਦੇ ਅਗੇਂਸਟ, ਅਕਾਲ ਤਖਤ ਦੇ ਅਗੇਂਸਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗੇਂਸਟ ਹੈ ਔਰ ਲੋਕਲ ਕਮੇਟੀਆਂ ਦੀ ਵੀ ਅਗੇਂਸਟ ਹੈ ਜਿਹੜੇ ਇਹ ਜੋ ਇਹਨਾਂ ਨੇ ਕੀਤਾ ਹੈ ਕੇਸ ਵਗੈਰਾ। ਅਸੀਂ ਇਹਨਾਂ ਦੀ ਸੂਚਨਾ ਨੂੰ ਪ੍ਰਾਪਤ ਕਰਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕਰਾਂਗੇ, ਜਿਨ੍ਹਾਂ ਗੁਰਦੁਆਰਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਹਨ ਗੁਰੂ ਮਰਿਆਦਾ ਅਨੁਸਾਰ ਜਾਂ ਸਿੱਖ ਧਰਮ ਦੀ ਵਿਧੀ ਵਿਵਸਥਾ ਦੇ ਅਨੁਸਾਰ, ਉਸ ਤੋਂ ਬਾਅਦ ਸ਼ਰਾਰਤੀ ਵਿਰੋਧੀ ਧੜਾ ਜੇ ਕਿਸੇ ਜਗ੍ਹਾ ਤੇ ਇਹਨਾਂ ਨੂੰ ਕੋਰਟ ਕਚਹਿਰੀ ਵਿੱਚ ਖਿੱਚਦਾ ਹੈ ਤਾਂ ਉੱਥੇ ਕੋਰਟ ਕਚਹਿਰੀ ਦਾ ਵੀ ਇਸ ਗੱਲੋਂ ਕਸੂਰਵਾਰ ਨਹੀਂ ਹੁੰਦੀ ਹੈ ਕਿ ਉਹਨਾਂ ਨੂੰ ਸਾਡੇ ਮਸਲਿਆਂ ਬਾਰੇ, ਸਿੱਖ ਧਰਮ ਦੀ ਵਿਧੀ ਵਿਵਸਥਾ ਬਾਰੇ ਪੂਰੀ ਗਿਆਨ ਨਹੀਂ ਹੁੰਦਾ, ਜਾਂ ਫਿਰ ਇਹ ਘਾਟ ਸਾਡੀ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਸਿਸਟਮ ਬਾਰੇ ਜਾਣਕਾਰੀ ਨਹੀਂ ਦਿੱਤੀ ਤੇ ਸਾਡੇ ਸਿਸਟਮ ਬਾਰੇ ਕੋਈ IPC ਦੀ ਧਾਰਾ ਜਾਂ ਵਿਧਾਨ ਸਭਾ ਜਾਂ ਸੰਸਦ ਦੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਦਾ ਕਾਨੂੰਨ ਪਾਸ ਨਹੀਂ ਹੋਇਆ। ਇਸੇ ਕਰਕੇ ਜਿਹੜਾ ਵਿਰੋਧੀ ਧੜਾ ਉੱਥੋਂ ਫਿਰ ਕੋਈ ਆਰਡਰ ਲਿਆ ਆਉਂਦਾ ਹੈ, ਆਰਡਰ ਲਿਆ ਕੇ ਫਿਰ ਸਾਡੇ ਧਰਮ ਦੇ ਫੈਸਲਿਆਂ ਨੂੰ ਚੁਣੌਤੀ ਦਿੰਦਾ ਹੈ। ਇਹੀ ਸ਼ਾਇਦ ਹੋਇਆ। ਬਿਲਕੁਲ ਜੀ, ਇਹੀ ਹੋਇਆ। ਜਦ ਕਿ ਆਪਣੀ ਸਾਡੀ ਸੁਪਰੀਮ ਅਥਾਰਟੀ ਕਿਹਾ ਜਾਂਦਾ ਅਕਾਲ ਤਖਤ ਸਾਹਿਬ ਨੂੰ, ਸਾਡਾ ਆਪਣਾ ਇੱਕ ਸਿਸਟਮ, ਆਪਣਾ ਇੱਕ ਰੂਲ, ਆਪਣੇ ਇੱਕ ਨਿਯਮ ਨੇ। ਉਸ ਨਿਯਮ ਦੀ ਉਲੰਘਣਾ ਕਰਦੇ ਹੋਏ ਕਿਸੇ ਦੂਜੀ ਜਗ੍ਹਾ 'ਚ ਜਾ ਕੇ ਇਹਦੀ ਅਪੀਲ ਕਰਨੀ, ਇਹ ਬਿਲਕੁਲ ਬੇਅਦਬੀ ਹੈ, ਵਾਇਲੇਸ਼ਨ ਹੈ, ਸਾਡੇ ਸਿੱਖ ਧਰਮ ਦਾ ਵਾਇਲੇਸ਼ਨ, ਸਾਡੀ ਮਰਿਆਦਾ ਦਾ ਵਾਇਲੇਸ਼ਨ। ਲਵਾਂਗੇ ਸਾਡੇ ਨਾਲ ਸਿੰਘ ਬੈਠੇ ਹਨ, ਫਤਿਹ ਦੀ ਸਾਂਝ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸ਼ੁਭ ਨਾਮ ਦੱਸੋ ਜੀ? ਜਸਵੀਰ ਸਿੰਘ ਸਿੱਧੂ। ਜਸਵੀਰ ਸਿੰਘ ਜੀ, ਹੁਣ ਤੁਸੀਂ ਜਸਵਿੰਦਰ ਸਿੰਘ ਜੀ ਦੀਆਂ ਸਾਰੀਆਂ ਵਾਰਤਾਵਾਂ ਸੁਣੀਆਂ, ਤੁਹਾਨੂੰ ਕੀ ਲੱਗਦਾ ਹੈ ਇਹ ਸਾਰਾ ਸੱਚ ਬੋਲ ਰਹੇ ਨੇ? ਇੱਕਦਮ ਸੱਚ ਬੋਲ ਰਹੇ ਹੋ। ਜਿੰਨੀਆਂ ਕੁ ਘਟਨਾ ਦੀਆਂ ਜਾਣਕਾਰੀਆਂ ਇਹਨਾਂ ਨੇ ਸੂਚਨਾਵਾਂ ਲਗਾਈਆਂ, ਉਹਨਾਂ ਸਾਰੀਆਂ ਸੂਚਨਾਵਾਂ ਨਾਲ ਤੁਸੀਂ ਜਿੰਨੇ ਸਿੰਘ ਬੈਠੇ ਹੋ ਸਾਰੇ ਸਹਿਮਤ ਹੋ ਜੀ? ਸਹਿਮਤ ਹੈ ਜੀ। ਸਹਿਮਤ ਹੋ? ਹਾਂਜੀ, ਸਾਰੇ ਸਹਿਮਤ, ਸਾਰੇ ਸਹਿਮਤ ਹੋ। ਤੇ ਇਹੀ ਵਾਕਿਆ ਹੋਇਆ ਹੈ? ਵਾਕਈ ਇਹ ਹਕੀਕਤ ਹੈ। ਹਕੀਕਤ ਇਹੀ ਹੋਈ ਹੈ ਜੀ। ਇਸ ਹਕੀਕਤ ਤੋਂ ਬਾਅਦ ਜਦੋਂ ਉਹ ਕੋਰਟ ਤੋਂ ਆਰਡਰ ਲੈ ਕੇ ਕਾਬਜ ਰਹਿ ਜਾਂਦੇ ਹੁਣ, ਤੁਹਾਡਾ ਦਿਲ ਕੀ ਕੀਤਾ ਕਿ ਧਰਮ ਹਾਰ ਗਿਆ? ਜਦ ਕਿ ਅਰਦਾਸ ਵਿੱਚ ਆਪਾਂ ਰੋਜ਼ ਪੜ੍ਹਦੇ ਆ ਧਰਮ ਨਹੀਂ ਹਾਰਿਆ। ਬਿਲਕੁਲ, ਅਸੀਂ ਅਰਦਾਸ 'ਚ ਰੋਜ਼ ਪੜ੍ਹਨ ਕਰਦੇ ਆ ਧਰਮ ਨਹੀਂ ਹਾਰਿਆ। ਤੁਹਾਨੂੰ ਕੀ ਸੀ ਕਿ ਧਰਮ ਨਹੀਂ ਹਾਰਿਆ ਤੇ ਮੈਂ ਫਿਰ ਕੋਸ਼ਿਸ਼ ਕਰਾਂਗਾ ਇਹਨਾਂ ਦੇ ਵਿਰੁੱਧ ਪਰਿਵਰਤਨ ਲੈ ਕੇ ਆਉਣ ਦੀ? ਬਿਲਕੁਲ ਜੀ, ਇਹ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਹਮੇਸ਼ਾ ਮੈਂ ਯਤਨਸ਼ੀਲ ਸਾਂ। ਇਸ ਬਾਰੇ ਮੈਂ ਬਾਰ-ਬਾਰ ਅਕਾਲ ਤਖਤ ਸਾਹਿਬ ਨੂੰ ਲਿਖ ਵੀ ਰਿਹਾ ਸਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੱਚ ਵਿੱਚ ਹਮੇਸ਼ਾ ਲਿਖ ਕੇ ਕਰ ਰਹੇ ਸਾਂ ਔਰ ਉਹ ਕਹਿ ਰਹੇ ਸਨ ਤੁਸੀਂ ਆਪਣਾ ਚਾਰਜ ਲਓ, ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਜਿੱਦਾਂ ਵੀ ਹੋਏ ਆਪਣਾ ਚਾਰਜ ਲਓ। ਕਹੀਂ ਇਲੈਕਸ਼ਨ ਕਰਵਾ ਕੇ ਤੁਹਾਡਾ ਚੁਣਾਵ ਕਰਾ ਦਿੱਤਾ ਹੋਇਆ ਹੈ ਔਰ ਸੰਗਤ ਨੇ ਇਹ ਕੰਮ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਕੱਤਰੇਤ ਜਿਹੜੀ ਉਹਨਾਂ ਦੀ ਦਫ਼ਤਰੀ ਟੀਮ ਹੈ ਉਹ ਪੂਰਾ ਸਾਥ ਦੇਈ ਜਾ ਰਹੀ ਸੀ। ਬਿਲਕੁਲ ਸਾਥ ਦੇ ਰਹੀ। ਅੱਜ ਤੱਕ ਸਾਡੇ ਟੱਚ ਵਿੱਚ ਹੈਗੇ ਨੇ, ਅੱਜ ਵੀ ਸਾਡੇ ਨਾਲ ਗੱਲ ਹੋਈ, ਕੱਲ ਵੀ ਹੋਈ, ਰੋਜ਼ ਹੋ ਰਹੀ ਹੈ ਔਰ ਸੰਗਤ ਦਾ ਸਹਿਯੋਗ ਮਿਲਿਆ ਔਰ ਉਹਨਾਂ ਨੂੰ ਹਟਾਉਣ ਵਿੱਚ ਹੁਣ ਕਾਮਯਾਬੀ ਮਿਲੀ ਹੈ। ਹੁਣ ਸਾਡੀ ਸੰਗਤ ਨੇ ਆਪਣੇ ਹੱਥ ਵਿੱਚ ਗੁਰਦੁਆਰਾ ਸਾਹਿਬ ਨੂੰ ਲਿਆ ਹੈ। ਅੱਛਾ, ਉਹਨਾਂ ਨੂੰ ਤੁਸੀਂ ਹਟਾ ਦਿੱਤਾ? ਹਾਂਜੀ। ਉਹਦਾ ਉਹ ਹਟਾਉਣ ਦਾ ਆਧਾਰਭੂਤ ਤਿਆਰੀ ਕੀ ਹੋਈ ਸੀ, ਸੰਖਿਪਤ ਵਿੱਚ ਦੱਸੋ। ਉਹ ਸਾਰਾ ਸੰਗਤ ਦਾ ਸਹਿਯੋਗ, ਸੰਗਤ ਨੇ ਆਪ ਆਪਣੇ ਹੱਥੀਂ ਕੀਤਾ ਜੀ ਸਾਰਾ ਕੁਝ। ਸਾਰਾ ਸੰਗਤ ਦੁਆਰਾ? ਸਾਰਾ ਸੰਗਤ ਨੇ ਕੀਤਾ। ਤੁਸੀਂ ਸਾਰਾ ਸੰਗਤ ਨੂੰ ਸਨਮਾਨ ਦੇ ਰਹੇ ਹੋ? ਬਿਲਕੁਲ, ਸਾਰਾ। ਅਸੀਂ ਸੰਗਤ ਤੋਂ ਬਗੈਰ ਕੁਝ ਹੈ ਹੀ ਨਹੀਂ। ਬਨਪੁਰ ਦੀ ਸਿੱਖ ਸੰਗਤ ਦੇ ਸਹਿਯੋਗ ਔਰ ਉਹਨਾਂ ਦੇ ਸਦਕਾ ਹੀ ਅਸੀਂ ਇਹ ਸਾਰਾ ਕੁਝ ਕਰਨ ਵਿੱਚ ਅਸੀਂ ਨਹੀਂ, ਇਹ ਸੰਗਤ ਨੇ ਕੀਤਾ ਹੈ। ਸੰਗਤ ਜੋ ਕਹੇਗੀ ਉਹ ਸਿਰ ਮੱਥੇ ਤੇ ਹੈ ਜੀ। ਮਤਲਬ ਇਹ ਸਾਰਾ ਜਿਹੜਾ ਪਰਿਵਰਤਨ ਹੋਇਆ ਤੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ, ਚੁਣੌਤੀ ਦੇਣ ਤੋਂ ਉਪਰੰਤ ਇੱਕ ਕਮੇਟੀ ਨੂੰ ਕਾਬਜ ਕਰਕੇ ਬੈਠੇ ਹੋਏ ਸੀ। ਸਰਦਾਰ ਜਸਵਿੰਦਰ ਸਿੰਘ ਜੀ ਦੇ ਬਿਆਨ ਅਤੇ ਉਹਨਾਂ ਵੱਲੋਂ ਲਾਈ ਸੱਚੀ ਸੂਚਨਾ ਦੇ ਮੁਤਾਬਿਕ ਇੱਥੋਂ ਦੀ ਸਥਾਨਕ ਸੰਗਤ ਨੇ ਹੀ ਹਮਲਾ ਕੀਤਾ, ਉਦਮ ਕੀਤਾ ਤੇ ਉਹਨਾਂ ਦੇ ਖਿਲਾਫ ਜਾ ਕੇ ਖੜੀ ਹੋਈ, ਤਾਂ ਜਾ ਕੇ ਕਮੇਟੀ ਦੇ ਵਿੱਚ ਪਰਿਵਰਤਨ ਹੋਇਆ। ਬਿਲਕੁਲ ਜੀ, ਬਿਲਕੁਲ ਸੰਗਤ ਦੇ ਸਹਿਯੋਗ ਨਾਲ ਸਾਰਾ ਕੁਝ। ਜਿਹੜੀ ਜੇਤੂ ਕਮੇਟੀ ਹੈ ਉਹ ਕੀ ਮੁੜ ਬਹਾਲ ਹੋਈ ਹੈ? ਜਿਹੜੇ ਜਸਵੰਤ ਸਿੰਘ ਜੀ ਨੇ ਉਹ ਹੁਣ ਉਹਨਾਂ ਦੀ ਬਹਾਲ ਹੋ ਗਈ ਹੈ ਕਮੇਟੀ ਔਰ ਕੁਝ ਦਿਨਾਂ ਲਈ ਉਹ ਬਾਹਰ ਗਏ ਹੋਏ ਨੇ, ਆਉਣਗੇ, ਕਮੇਟੀ ਫਾਰਮ ਕਰਨਗੇ। ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਪ੍ਰਵਾਨਗੀ ਮਿਲੇਗੀ। ਜਸਵੰਤ ਸਿੰਘ ਦੇ ਲਈ ਪ੍ਰਵਾਨਗੀ, ਪ੍ਰਧਾਨ ਸਾਹਿਬ ਲਈ ਉਹਨਾਂ ਨੂੰ ਉੱਥੋਂ ਦੀ ਪ੍ਰਵਾਨਗੀ ਦਾ ਲੈਟਰ ਇੱਥੇ ਆਇਆ ਹੋਇਆ ਹੈ। ਤੇ ਤੁਹਾਡੇ ਵੱਲੋਂ ਜਦੋਂ ਇੰਨਾ ਰਾਬਤਾ, ਤੁਸੀਂ ਸੰਪਰਕ, ਇੰਨੀ ਤੁਸੀਂ ਦਰਖਾਸਤਾਂ, ਬੇਨਤੀਆਂ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਦਫ਼ਤਰ 'ਚ ਲਾਈਆਂ, ਉੱਥੇ ਸੂਚਨਾਵਾਂ ਲਾਈਆਂ, ਜਦੋਂ ਸੰਗਤਾਂ ਵੱਲੋਂ ਇਹ ਉਪਰਾਲਾ ਕਰਕੇ ਇੰਨੀ ਖੁਸ਼ੀ ਵਾਲਾ ਇੱਕ ਸੰਦੇਸ਼ ਵੀ ਤੁਸੀਂ ਸੂਚਨਾ ਦੇ ਰਹੇ ਹੋ ਕਿ ਇਹ ਸੂਚਨਾ ਨੂੰ ਵੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਲਗਾਇਆ ਕਿ ਲਗਾਓਗੇ?
ਮੈਂ ਆਲਰੇਡੀ ਇਹ ਲਗਾ ਚੁੱਕਾ ਹੋਇਆ ਹਾਂ, ਉਹਨਾਂ ਨੂੰ ਲੈਟਰ ਭੇਜ ਦਿੱਤੀ ਹੋਈ ਹੈ ਔਰ ਉਮੀਦ ਹੈ ਕਿ ਜਲਦੀ ਤੋਂ ਜਲਦੀ ਉਹ ਇੱਥੇ ਆਉਣਗੇ ਵੀ ਔਰ ਸਾਡੇ ਵਿੱਚ ਸ਼ਾਮਿਲ ਹੋਣਗੇ। ਜਲਦੀ ਤੋਂ ਜਲਦੀ ਆ ਕੇ ਉਹ ਪ੍ਰਵਾਨਗੀ ਵੀ ਦੇਣਗੇ ਸਾਰੀ ਕਮੇਟੀ ਦੀ ਔਰ ਸਾਰੀ ਸੰਗਤ ਦੇ ਸਨਮੁਖ ਉਹ ਪ੍ਰਸਤੁਤ ਹੋਣਗੇ ਜੀ। ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਕੌਮ ਦੇ ਲੀਡਰ ਦੇ ਰੂਪ 'ਚ ਇੱਥੇ ਆ ਕੇ ਉਹਨਾਂ ਦੇ ਹੱਥੀਂ ਹੀ ਮਾਨਤਾ ਲੈਣਾ ਚਾਹੁੰਦੇ ਹੋ? ਬਿਲਕੁਲ ਜੀ, ਇੱਕਦਮ ਜਥੇਦਾਰ ਸਾਹਿਬ ਜਾਂ ਉਹਨਾਂ ਦੇ ਜਿਹੜੇ ਵੀ ਪ੍ਰਤੀਨਿਧੀ ਆਉਣਗੇ ਉਹ ਆ ਕੇ ਇਹ ਕੰਮ ਆਪਣੀ ਹੱਥੀਂ ਕਰਨਗੇ। ਹੋਰ ਕਿਸੇ ਪਤਵੰਤੇ ਸੱਜਣ ਨੂੰ ਤੁਸੀਂ ਉਹਨਾਂ ਦੇ ਉੱਪਰ ਨਹੀਂ ਮੰਨਦੇ? ਬਿਲਕੁਲ ਨਹੀਂ ਮੰਨਦੇ, ਨਹੀਂ ਅਸੀਂ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਹਾਂ ਔਰ ਮੰਨਦੇ ਰਹਾਂਗੇ। ਕੀ ਕਹਿਣਾ ਚਾਹੋਗੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਇਸ ਸੰਬੰਧ ਦੇ ਵਿੱਚ? ਤੁਸੀਂ ਸਿੱਧੇ ਰੂਪ ਦੇ ਵਿੱਚ ਆਪਣੀ ਬੇਨਤੀ ਹੱਥ ਜੋੜ ਕੇ ਵੀ ਕਰ ਸਕਦੇ ਹੋ, ਫਤਿਹ ਬੁਲਾ ਕੇ ਵੀ ਕਰ ਸਕਦੇ ਹੋ। ਹਾਂ, ਮੈਂ ਜਥੇਦਾਰ ਰਘਬੀਰ ਸਿੰਘ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ। ਸਿੰਘ ਸਾਹਿਬ ਜੀ, ਮੈਂ ਇਹ ਕਹਿਣਾ ਕਿ ਤੁਸੀਂ ਇਹ ਅੱਗੇ ਜੇ ਇੰਨਾ ਸਾਰਾ ਕੁਝ ਕੀਤਾ, ਹੁਣ ਗਾਂ ਵੀ ਜਿਹੜਾ ਤੁਸੀਂ ਸਾਰਾ ਇੱਥੋਂ ਬਨਪੁਰ ਕਮੇਟੀ ਦੀ ਜਿਹੜੀ ਪ੍ਰਵਾਨਗੀ ਹੈ ਇਹ ਤੁਸੀਂ ਆਪਣੀ ਹੱਥੀਂ ਆਪਣੇ ਦੁਆਰਾ ਕਰੋ। ਇਸ ਲਈ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਤੁਹਾਨੂੰ ਰਿਕੁਐਸਟ ਕਰਨੇ ਆ ਕਿ ਤੁਸੀਂ ਆਓ, ਇੱਥੇ ਪਹੁੰਚੋ ਜਾਂ ਆਪਣਾ ਪ੍ਰਤੀਨਿਧੀ ਜਿੱਦਾਂ ਵੀ ਤੁਸੀਂ ਠੀਕ ਸਮਝਦੇ ਹੋ ਕਰਕੇ ਔਰ ਇਹਨੂੰ ਸੰਪੰਨਤਾ ਕਰੋ, ਪੂਰਾ ਕਰੋ ਆ ਕੇ। ਵਾਹਿਗੁਰੂ ਜੀ ਕਾ ਖਾਲਸਾ। ਪ੍ਰਸ਼ੰਸਾ ਪੱਤਰ ਵੀ ਮੰਗਦੇ ਹੋ? ਬਿਲਕੁਲ ਜੀ, ਲਿਖਿਤ ਰੂਪ ਵਿੱਚ ਤੁਸੀਂ ਪ੍ਰਸ਼ੰਸਾ ਪੱਤਰ ਦਿਓ ਜਾਂ ਜਿੱਦਾਂ ਵੀ ਪ੍ਰਵਾਨਗੀ ਦਿਓ, ਇਹ ਤਾਂ ਸੰਗਤਾਂ ਦੇ ਨਾਮ ਉੱਤੇ ਦਿਓ। ਅਸੀਂ ਸੰਗਤਾਂ ਦੇ ਨਾਲ, ਸੰਗਤ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਹੈਗੇ ਔਰ ਤੁਸੀਂ ਆਓ, ਇਸ ਦੀ ਪ੍ਰਵਾਨਗੀ ਦਿਓ ਜੀ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦੀ ਸਾਰੀ ਕਾਰਵਾਈ ਹੁਣ ਤੱਕ ਪੰਥ ਨੂੰ ਦਿੱਤੀ, ਬਰਨਪੁਰ ਦੀ ਸਿੱਖ ਸੰਗਤ ਦਿੱਤੀਆਂ ਸੇਵਾਵਾਂ ਸਹਿਯੋਗ ਦੇ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ। ਇੱਕ ਮਿਸਾਲ ਤੁਸੀਂ ਕਾਇਮ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਆਪਣੀ ਇਨਵੋਲਵਮੈਂਟ ਦੇ ਵਿੱਚ। ਇਹਦੇ ਨਾਲ ਇੱਕ ਸੂਚਨਾ ਹੋਰ ਲੱਗ ਜਾਂਦੀ ਹੈ, ਜਿੱਧਰੇ ਕਿਧਰੇ ਵੀ ਕਿਸੇ ਗੁਰੂ ਘਰ ਦੇ ਵਿੱਚ ਕੋਈ ਸਮੱਸਿਆ ਹੋਵੇ ਉੱਥੋਂ ਦੀ ਸੰਗਤ ਅਕਾਲ ਤਖਤ ਸਾਹਿਬ ਦਾ ਸਹਾਰਾ ਲੈ ਸਕਦੀ ਹੈ। ਬਿਲਕੁਲ ਸਹਾਰਾ ਲੈ ਸਕਦੀ ਹੈ। ਉਹ ਜਿੱਥੇ ਵੀ ਕਮੇਟੀਆਂ ਦਾ ਵਿਵਾਦ ਹੈਗਾ, ਮੇਰਾ ਇਹ ਰਿਕੁਐਸਟ ਹੈ ਕਿ ਸਿੰਘ ਸਾਹਿਬ ਜਥੇਦਾਰ ਸਾਹਿਬ ਜਿਹੜੇ ਨੇ ਉਹ ਸਾਰੇ ਇਹ ਸੰਗਿਆਨ ਲੈਣ ਔਰ ਜਿੱਥੇ ਜਿੱਥੇ ਵਿਵਾਦ ਚੱਲ ਰਿਹਾ ਤੁਸੀਂ ਪਹੁੰਚੋ, ਬਿਲਕੁਲ ਉੱਥੋਂ ਦੇ ਸੋਲੂਸ਼ਨ ਹੋਏਗਾ। ਔਰ ਸਾਡੇ ਇਸ ਮਸਲੇ ਦੇ ਵਿੱਚ ਇੱਕ ਸਿੰਘ ਦਾ ਹੋਰ ਬਹੁਤ ਸੋਹਣਾ ਹੱਥ ਹੈ, ਸਰਦਾਰ ਅਜੀਤ ਸਿੰਘ ਜੀ, ਜਿਹੜੇ ਆ ਕੇ ਇੱਥੇ ਉਹਨਾਂ ਨੇ ਆਪਣਾ ਉਪਰਾਲਾ ਕੀਤਾ, ਉਹ ਸਾਡੀ ਟੱਚ ਵਿੱਚ ਰਹੇ ਨੇ। ਉਹ ਇਸ ਟਾਈਮ ਹੁਣੇ PA ਸਾਹਿਬ ਨੇ ਉੱਥੋਂ ਦੇ ਜਥੇਦਾਰ ਸਾਹਿਬ ਦੇ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਜਿਹੜਾ ਸਾਡੇ ਟੱਚ ਵਿੱਚ ਰਹਿੰਦੇ ਨੇ। ਇਹੋ ਜਿਹੇ ਸੱਜਣ ਜਿਹੜੇ ਨੇ ਸੱਚੇ ਟੱਚ ਮੈਂ ਤੁਹਾਡੇ ਸੰਪਰਕ ਵਿੱਚ? ਬਿਲਕੁਲ ਸਾਡੇ ਸੰਪਰਕ ਵਿੱਚ ਰਹਿੰਦੇ ਨੇ, ਫੀਡਬੈਕ ਲੈਂਦੇ ਰਹਿੰਦੇ ਨੇ ਕਿ ਤੁਹਾਡਾ ਕਿੱਥੋਂ ਤੱਕ ਪਹੁੰਚਿਆ, ਕੀ ਹੋਇਆ। ਉਹਨਾਂ ਨੂੰ ਬੜੀ ਚਿੰਤਾ ਰਹਿੰਦੀ ਹੈ ਕਿ ਜਿਹੜਾ ਮਸਲਾ ਹੱਲ ਹੋਣਾ ਚਾਹੀਦਾ ਜਲਦੀ ਤੋਂ ਜਲਦੀ। ਉਹਨਾਂ ਨੂੰ ਵੀ ਮੈਂ ਬਹੁਤ ਬਹੁਤ ਧੰਨਵਾਦ ਦੇਣਾ ਸੰਗਤ ਵੱਲੋਂ ਜੀ। ਸਤਿਕਾਰਯੋਗ ਸਾਧ ਸੰਗਤ ਜੀ, ਜਿੱਥੇ ਏਕਤਾ ਹੈ ਉੱਥੇ ਜਿੱਤ ਨਿਸ਼ਚਿਤ ਹੈ। ਤੇ ਸਿੰਘਾਂ ਨੇ ਜਿਹੜਾ ਇੱਥੋਂ ਬਰਨਪੁਰ ਦੀ ਸਿੰਘਾਂ ਨੇ, ਸਤਸੰਗੀਆਂ ਨੇ, ਸੰਗਤ ਨੇ ਜਿਹੜਾ ਉਪਰਾਲਾ ਕੀਤਾ ਹੈ ਉਹ ਇਸ ਕਰਕੇ ਸਫਲਤਾ ਦੇ ਮੁਕਾਮ ਤੱਕ ਪਹੁੰਚਿਆ ਕਿ ਪਿੱਛੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਹਿਯੋਗ ਸੀ। ਤੇ ਅਸੀਂ ਤਹਿ ਦਿਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਸਮੁੱਚੀ ਕਾਰਵਾਈਆਂ, ਦਿੱਤੇ ਹੋਏ ਸਹਿਯੋਗ, ਸੇਵਾਵਾਂ ਪਿੱਛੋਂ ਦੀ ਰਹਿ ਕੇ ਫਿਰ ਇਹਨਾਂ ਦਾ ਹਾਲ ਚਾਲ ਪੁੱਛਣਾ, ਇਹਨਾਂ ਦੇ ਨਾਲ ਬਣੇ ਰਹਿਣਾ। ਤੇ ਨਾਲ ਹੀ ਉਹਨਾਂ ਵੱਲੋਂ ਕੋਈ ਸੂਚਨਾ ਪੱਤਰ ਵੀ ਕੋਈ ਕਾਨੂੰਨ ਮੰਤਰੀ ਨੂੰ ਗਿਆ ਸੀ ਜਾਂ ਇਸ ਤਰ੍ਹਾਂ ਦਾ ਕੋਈ ਚਿੱਠੀ ਪੱਤਰ? ਹਾਂਜੀ, ਉਹਨਾਂ ਵੱਲੋਂ ਜੇ ਇੱਕ ਲੈਟਰ ਆਈ ਸੀ ਉੱਥੋਂ ਕਾਨੂੰਨ ਮੰਤਰੀ ਨੂੰ, ਜਿਹਦੀ ਕਾਪੀ ਸਾਨੂੰ ਵੀ ਆਈ ਹੋਈ ਹੈ। ਮੈਂ ਲੈਟਰਸ ਮੈਂ ਭੇਜੇ ਜਾਂ ਉੱਥੋਂ ਆਏ ਨੇ ਸਾਰੇ, ਬਿਲਕੁਲ ਸਾਰੇ ਡਾਕੂਮੈਂਟ ਸਾਡੇ ਕੋਲ ਮੌਜੂਦ ਨੇ। ਜਦੋਂ ਵੀ ਤੁਸੀਂ ਵੀ ਚਾਹੋ ਜਾਂ ਹੋਰ ਵੀ ਕੋਈ ਚਾਹੇ ਵੇਖ ਸਕਦਾ ਜਾਂ ਲੈ ਸਕਦਾ ਹੈ। ਮਤਲਬ ਤੁਸੀਂ ਸਾਰੀ ਸੰਗਤ ਨੂੰ ਓਪਨ ਇਨਵੀਟੇਸ਼ਨ ਦੇ ਰਹੇ ਹੋ ਕਿ ਸਾਡੀਆਂ ਕੀਤੀਆਂ ਹੋਈਆਂ ਕਾਰਵਾਈਆਂ ਦੇ ਦਸਤਾਵੇਜ਼ੀ ਪ੍ਰਮਾਣ ਪੱਤਰ ਜੇ ਕੋਈ ਦੇਖਣਾ ਜਾਂਚਣਾ ਆ ਕੇ ਪੜ੍ਹਨਾ ਚਾਹੇ ਤੁਸੀਂ ਦਿਖਾ ਸਕਦੇ? ਬਿਲਕੁਲ ਦਿਖਾ ਸਕਦੇ ਹਾਂ। ਉਹ ਸਾਡੀ ਗਲਤ ਸਿਸਟਮ ਦੇ ਨਾਲ ਲੜਾਈ ਸੀ, ਗਲਤ ਸਿਸਟਮ ਨੂੰ ਹਟਾਉਣ ਵਿੱਚ ਕਾਮਯਾਬੀ ਉਹਨਾਂ ਦੇ ਸਹਿਯੋਗ ਦੇ ਨਾਲ, ਜਥੇਦਾਰ ਸਾਹਿਬ ਦੇ ਸਹਿਯੋਗ, ਅਕਾਲ ਤਖਤ ਦੇ ਸਹਿਯੋਗ, ਸੰਗਤ ਦੇ ਸਹਿਯੋਗ ਨਾਲ ਮਿਲੀ ਹੈ। ਇਸ ਕਰਕੇ ਮੈਂ ਕਹਾਂਗਾ ਜਿਹਦੇ ਵੀ ਵਿੱਚ ਕਿਤੇ ਵੀ ਕਿਸੇ ਗੁਰਦੁਆਰੇ ਵਿੱਚ ਵਿਵਾਦ ਹੁੰਦਾ ਹੈ ਉੱਥੇ ਜ਼ਰੂਰ ਉੱਥੇ ਪਹੁੰਚਾਓ ਆਪਣੀ ਖਬਰ, ਉੱਥੋਂ ਸੋਲਵ ਹੁੰਦਾ ਹੈ ਸੋਲੂਸ਼ਨ। ਗੁਰਦੁਆਰੇ ਵਿੱਚ ਵਿਵਾਦ ਨਹੀਂ, ਗੁਰਦੁਆਰੇ ਦੀ ਕਮੇਟੀ ਦੇ ਵਿੱਚ ਵਿਵਾਦ ਹੁੰਦਾ। ਹਾਂਜੀ, ਕਿਤੇ ਵੀ ਕੋਈ ਮੇਰਾ ਕਿਸੇ ਪਰਸਨਲ ਬੰਦੇ ਨਾਲ ਕੋਈ ਲੜਾਈ ਨਹੀਂ ਸੀ, ਮੇਰੇ ਸਿਸਟਮ ਨਾਲ ਲੜਾਈ ਸੀ, ਗਲਤ ਸਿਸਟਮ ਦੇ ਨਾਲ ਲੜਾਈ ਸੀ। ਗਲਤ ਸਿਸਟਮ ਕਿਤੇ ਵੀ ਹੋਏਗਾ ਉਹਦੀ ਆਵਾਜ਼ ਮੈਂ ਹਮੇਸ਼ਾ ਬੁਲੰਦ ਕਰਦਾ ਰਹਾਂਗਾ, ਆਖਰੀ ਸਾਂਸ ਤੱਕ ਮੇਰੇ ਸਵਾਸ ਜਦੋਂ ਤੱਕ ਰਹਿਣਗੇ। ਮੈਂ ਜਿੱਥੇ ਗਲਤ ਸਿਸਟਮ ਦਾ ਪਤਾ ਲੱਗੇਗਾ ਉਹਦੇ ਅਗੇਂਸਟ ਵਿੱਚ ਮੈਂ ਆਵਾਜ਼ ਚੁੱਕਦਾ ਰਹਾਂਗਾ। ਬਹੁਤ ਸੋਹਣਾ ਤੁਸੀਂ ਕਿਹਾ। ਇੱਕ ਵਾਰ ਜਿਹੜੇ ਨਾਲ ਸਿੰਘ ਬੈਠੇ ਹਨ ਉਹਨਾਂ ਦਾ ਨਾਮ ਅਸੀਂ ਉਹਨਾਂ ਦੇ ਮੂੰਹੋਂ ਪੁੱਛਾਂਗੇ ਤੇ ਫਤਿਹ ਦੀ ਸਾਂਝ ਦਾ ਇੱਕ ਇੰਟਰੋਡਕਸ਼ਨਸ ਲਵਾਂਗੇ। ਸਿਰਫ ਨਾਮ ਤੇ ਫਤਿਹ ਦੀ ਸਾਂਝ ਦਰਸ਼ਕਾਂ ਤੱਕ ਆਪਣੀ ਪਹੁੰਚਾਓ ਜੀ। ਜਸਬੀਰ ਸਿੰਘ ਸਿੱਧੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਸੁਖਦੇਵ ਸਿੰਘ, ਗੁਰੂ ਘਰ ਦਾ ਚਾਕਰ। ਇਹਨਾਂ ਨੇ ਵਿਚਾਰ ਵੀ ਮਿਲਿਆ ਹੋਈ। ਮੈਂ ਹਰਦੀਪ ਸਿੰਘ ਜੀ, ਗੁਰੂ ਘਰ ਦਾ ਛਾਤਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਦਲਜੀਤ ਸਿੰਘ। ਤੁਸੀਂ ਫਤਿਹ ਦੀ ਸਾਂਝ ਨਹੀਂ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਸੀਂ ਸੇਵਾ ਵਜੋਂ ਤੁਸੀਂ ਕੀ ਤੁਹਾਨੂੰ ਨਿਯੁਕਤੀ ਮਿਲੀ ਹੈ ਜੀ? ਬਰਨਪੁਰ ਸਿੱਖ ਸੰਗਤ ਵੱਲੋਂ ਇਹਨਾਂ ਦੇ ਸਹਿਯੋਗ ਨਾਲ ਦਾਸ ਨੂੰ ਇੱਕ ਬਹੁਤ ਵੱਡੀ ਕਿਹਨਾਂ ਦੇ ਸਹਿਯੋਗ ਨਾਲ? ਸਰਦਾਰ ਜਸਵਿੰਦਰ ਸਿੰਘ ਜੀ, ਸਰਦਾਰ ਜਸਬੀਰ ਸਿੰਘ ਜੀ, ਸਰਦਾਰ ਦਲਜੀਤ ਸਿੰਘ ਜੀ, ਅਦਰਸ ਆਪਣੇ ਜਿਸ ਤਰ੍ਹਾਂ ਰਘੁਵੀਰ ਸਿੰਘ ਜੀ ਹੋਏ, ਗੋਲਡੀ, ਦੂਜਾ ਗੋਲਡੀ ਕੀ ਉਹਨਾਂ ਦਾ ਨਾਮ ਹੈ ਨਹੀਂ ਜੇ ਜਾਣਦਾ, ਜਾਂ ਹੋਰ ਵੀ, ਤੇ ਆਪਣਾ ਕੀ ਆਪਣਾ ਹਾਂਜੀ, ਤੇ ਚਲੋ ਮਨੇ ਬੀਬੀਆਂ ਦਾ ਵੀ ਧੰਨਵਾਦ ਦਵਾਂਗੇ ਸੰਗਤਾਂ ਦੇ ਰੂਪ ਚ। ਮੈਂ ਸੰਗਤਾਂ ਦੇ ਰੂਪ ਬੀਬੀਆਂ ਦਾ ਵੀ ਕਿ ਮਾਤਾ ਭਾਗੋ ਤੇ ਮਾਤਾ ਗੁਜਰੀ ਦਾ ਜੱਥਾ ਹੈ ਉਹ। ਹਾਂਜੀ, ਮੈਂ ਤੇ ਇਸ ਲੜਾਈ ਵਿੱਚ ਸਭ ਤੋਂ ਜ਼ਿਆਦਾ, ਇਹ ਲੜਾਈ ਨਹੀਂ ਸੰਘਰਸ਼ ਕਹੀਦਾ ਇਹਨਾਂ। ਸੌਰੀ ਜੀ, ਇਹ ਜਿਹੜਾ ਸੰਘਰਸ਼ ਜਿਹੜਾ ਸਾਡਾ ਚੱਲ ਰਿਹਾ ਸੀਗਾ, ਇਹ ਕਿਸੇ ਦੇ ਨਾਲ ਸਾਡਾ ਕੋਈ ਪਰਸਨਲੀ ਕੋਈ ਸੰਘਰਸ਼ ਨਹੀਂ ਸੀਗਾ। ਇਹ ਸੰਘਰਸ਼ ਸੀਗਾ ਸਿਸਟਮ ਦੇ ਖਿਲਾਫ ਸੀਗਾ, ਕਿਉਂਕਿ ਉਹ ਗੁਰੂ ਮਰਿਆਦਾ ਨੂੰ ਭੰਗ ਕਰ ਰਹੇ ਸਨ ਤੇ ਬਾਰ-ਬਾਰ ਉਹਨਾਂ ਦੇ ਕੋਲ ਅਸੀਂ ਜਾਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਕਿਹਾ ਗਿਆ ਕਿ ਸਾਡੇ ਨਾਲ ਬੈਠੋ ਤੇ ਅਸੀਂ ਆਪਣੇ ਵਿਚਾਰ ਦੱਸੇ, ਤੁਸੀਂ ਆਪਣੇ ਵਿਚਾਰ ਦੱਸੋ, ਪਰ ਉਹਨਾਂ ਨੇ ਸਾਡੇ ਨਾਲ ਬੈਠਣ ਦਾ ਸਹਿਯੋਗ ਨਹੀਂ ਕੀਤਾ। ਉਹਨਾਂ ਨੇ ਆਏ ਹੋਏ ਅਕਾਲ ਤਖਤ ਤੋਂ ਸਰਦਾਰ ਅਜੀਤ ਸਿੰਘ ਜੀ ਪੀਏ ਸਾਹਿਬ ਆਏ ਸੀਗੇ, ਨਾਲ ਉਹਨਾਂ ਦੇ ਹੋਰ ਜਥੇਦਾਰ ਸਾਹਿਬ ਆਏ ਸੀਗੇ। ਉਹਨਾਂ ਦੇ ਆਇਆ, ਉਹਨਾਂ ਨੇ ਹਾਜ਼ਰੀ ਨਹੀਂ ਭਰ ਕੇ ਉਹਨਾਂ ਨੇ ਕੋਈ ਸਹਿਯੋਗ ਨਹੀਂ ਕੀਤਾ। ਮੈਂ ਇਸ ਵੇਲੇ ਇੱਥੇ ਹਾਜ਼ਰ ਨਹੀਂ ਹਾਂ ਬੋਲ ਕੇ ਉਹ ਆਊਟ ਰਹੇ। ਤੇ ਇਸ ਵੇਲੇ ਜਿਹੜੇ ਸਾਡੇ ਸਿੱਖ ਸੰਗਤ ਦੇ ਸਰਦਾਰ ਜਸਵਿੰਦਰ ਸਿੰਘ ਘੁੰਮਣ, ਜਸਬੀਰ ਸਿੰਘ ਤੇ ਆਪਣੇ ਹਰਦੀਪ ਸਿੰਘ ਜੀ ਵੀਰ ਜੀ, ਆਪਣੇ ਹੋਰ ਜਿਹੜੇ ਸਾਡੇ ਸੰਗਤ ਦੇ ਸੇਵਾਦਾਰ ਜਿਹੜੇ ਅਸੀਂ ਗਾਂਹ ਹੋ ਕੇ ਇਸ ਮਤਲਬ ਗੁਰੂ ਘਰ ਨੂੰ ਅਪਵਿੱਤਰ ਕੀਤਾ ਹੋਇਆ ਸੀ, ਉਹਨਾਂ ਨੇ ਉਹਨੂੰ ਸ਼ੁੱਧ ਕਰਨ ਵਾਸਤੇ ਲੜਾਈ ਚੱਲ ਰਹੀ ਸੀ। ਇਹਨਾਂ ਨੇ ਸਹਿਯੋਗ ਕਰਕੇ ਦਾਸ ਨੂੰ ਆਪਣੇ ਵੈਸਟ ਬੰਗਾਲ ਸਰਕਾਰ ਵੱਲੋਂ, ਜਿਹੜਾ ਕਿ ਇਸ ਵੇਲੇ ਆਪ ਸਭ ਨੂੰ ਪਤਾ ਹੋਵੇਗਾ ਸੰਗਤ ਨੂੰ, ਕਿ ਆਨੰਦ ਮੈਰਿਜ ਐਕਟ ਇੱਕ ਚੱਲਿਆ ਹੈ। ਉਸ ਆਨੰਦ ਮੈਰਿਜ ਐਕਟ ਵਿੱਚ ਸਰਦਾਰ ਸੁਖਦੇਵ ਸਿੰਘ ਜੀ ਨੂੰ ਪੱਛਮ ਬਰਦਵਾਨ ਦਾ ਰਜਿਸਟਰਾਰ ਨਿਯੁਕਤ ਕੀਤਾ ਗਿਆ ਹੈ। ਸੋ ਮੈਂ ਸਾਰੇ ਹੀ ਆਪਣੇ ਵੀਰਾਂ ਦਾ, ਸੰਗਤ ਦਾ, ਬੀਬੀਆਂ ਦਾ, ਭੈਣਾਂ ਦਾ, ਸਭ ਦਾ ਹੀ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਦਾਰਾ ਕਿਸੇ ਦਾ ਵੀ ਪੱਖ ਨਹੀਂ ਲੈਂਦਾ, ਸੱਚ ਦੇ ਪੱਖ ਦੇ ਵਿੱਚ ਹੈ, ਲੇਕਿਨ ਅਦਾਰਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਦੇ ਅਧੀਨ ਹੈ। ਹਰ ਸਿੱਖ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਦੁਨੀਆ ਵਿੱਚ ਵਸਦਾ ਹੈ, ਸਾਡੀ ਸੁਪਰੀਮ ਤੇ ਸਰਪ੍ਰਸਤ ਬੋਡੀ ਸ੍ਰੀ ਅਕਾਲ ਤਖਤ ਸਾਹਿਬ ਹੈ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਆ ਜਾਵੇ, ਫਿਰ ਸਾਡੇ ਲਈ ਕਿਸੇ ਦੇਸ਼ ਦਾ ਕੋਈ ਕਨਸਟੀਟਿਊਸ਼ਨ ਵੱਡਾ ਨਹੀਂ ਹੁੰਦਾ। ਅਸੀਂ ਸਿਰਫ ਆਪਣੇ ਧਾਰਮਿਕ ਜਿਹੜੇ ਰੂਲ ਹਨ, ਵਿਧੀ ਵਿਵਸਥਾ ਹਨ, ਉਹਨੂੰ ਅਸੀਂ ਫੋਲੋ ਕਰਦੇ ਹਾਂ। ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਪਹਿਰੇਦਾਰ ਸਿੰਘ ਜਿਹੜੇ ਸਾਡੇ ਸਾਹਮਣੇ ਅਸੀਂ ਕੈਮਰੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ, ਇਹਨਾਂ ਨੇ ਪਹਿਰੇਦਾਰੀ ਦਿਖਾ ਕੇ ਇਸ ਹੁਕਮ ਨੂੰ ਉੱਥੇ ਲਾਗੂ ਕਰਵਾਇਆ, ਪਹਿਰੇਦਾਰੀ ਦਿੱਤੀ, ਸੰਘਰਸ਼ ਕੀਤੇ। ਇਹਨਾਂ ਨੂੰ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹਾਂ। ਇਸੇ ਤਰ੍ਹਾਂ ਅਸੀਂ ਸਮੁੱਚੇ ਦਰਸ਼ਕਾਂ ਨੂੰ ਵੀ ਬੇਨਤੀ ਵਜੋਂ ਸੂਚਨਾ ਲਾਉਂਦੇ ਹਾਂ ਕਿ ਆਪਸ ਵਿੱਚ ਅਸੀਂ ਏਕਤਾ ਬਣਾਈਏ, ਭਾਈਚਾਰਾ ਅਸੀਂ ਇਕੱਠਾ ਕਰੀਏ। ਸਾਡੀ ਗਿਣਤੀ ਬਹੁਤ ਘੱਟ ਹੈ। ਇਹਨਾਂ ਅਹੁਦਿਆਂ ਨੂੰ, ਇਹਨਾਂ ਛੋਟੀਆਂ ਲੜਾਈਆਂ ਨੂੰ, ਜਿਨ੍ਹਾਂ ਕਰਕੇ ਸਾਡੇ ਵਿੱਚ ਫਰਕ ਪੈ ਜਾਂਦੇ ਆ, ਫਿਰ ਕਿਧਰੇ ਜਾ ਕੇ ਕੋਈ ਰਿਸ਼ਤੇਦਾਰੀ ਵੀ ਨਹੀਂ ਬਣਦੀ, ਕੋਈ ਸੰਪਰਕ ਵੀ ਨਹੀਂ ਦਿੰਦਾ, ਇੱਕ ਦੂਰੀਆਂ ਵੱਧਦੀਆਂ ਜਾਂਦੀਆਂ। ਪਿਆਰ ਕਰੀਏ, ਬਗੈਰ ਪਿਆਰ ਤੋਂ ਤਾਂ ਪਰਮਾਤਮਾ ਵੀ ਨਹੀਂ ਮਿਲਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਇਹ ਨਫ਼ਰਤਾਂ ਛੱਡੀਏ ਤੇ ਇਮਾਨਦਾਰੀ ਦੇ ਨਾਲ ਗੁਰੂ ਘਰ ਦੀ ਮਾਇਆ ਸੰਗਤ ਦੀ ਮਾਇਆ ਹੈ, ਗੁਰੂ ਘਰ ਦੀ ਪ੍ਰਾਪਰਟੀ ਸੰਗਤ ਦੀ ਪ੍ਰਾਪਰਟੀ ਹੈ, ਗੁਰੂ ਘਰ ਦੀ ਇੱਕ ਇੱਕ ਚੀਜ਼ ਤੇ ਸੰਗਤ ਦਾ ਹੱਕ ਹੈ। ਕਿਸੇ ਇੱਕ ਪ੍ਰਬੰਧਕ ਕਮੇਟੀ ਦਾ ਜਾਂ ਪਾਰਟਿਕੂਲਰ ਕਿਸੇ ਪ੍ਰਧਾਨ ਦਾ ਉੱਥੇ ਬਿਲਕੁਲ ਹੱਕ ਨਹੀਂ ਹੈ। ਇਹ ਸੇਵਾ ਨੂੰ ਜਿਹੜੇ ਦਿਲੋਂ ਨਿਭਾਉਂਦੇ ਹਨ, ਉਹਨਾਂ ਦੀਆਂ ਕੁੱਲਾਂ ਤਰ ਜਾਂਦੀਆਂ ਹਨ, ਉਹਨਾਂ ਦਾ ਨਾਮ ਰੌਸ਼ਨ ਹੋ ਜਾਂਦੇ ਹਨ, ਉਹਨਾਂ ਦੇ ਇਤਿਹਾਸ ਅਮਿਟ ਹੋ ਜਾਂਦੇ ਹਨ। ਆਉਣ ਵਾਲੀ ਦੁਨੀਆ ਵਿੱਚ ਅਸੀਂ ਕਈ ਵਾਰ ਕਰਦੇ ਹਾਂ, ਫਲਾਣੇ ਗੁਰਦੁਆਰੇ ਦਾ ਫਲਾਣਾ ਪ੍ਰਧਾਨ ਇਹੋ ਜਿਹਾ ਸੀ, ਉਹ ਉਹਨਾਂ ਦੇ ਨਾਂ ਤੇ ਸ਼ੁਭ ਵਾਰਤਾਵਾਂ ਹਮੇਸ਼ਾ ਚੱਲੀਆਂ ਜਾਂਦੀਆਂ ਹਨ। ਕੁਝ ਐਸਾ ਇਤਿਹਾਸ ਬਣਾਈਏ, ਕੁਝ ਐਸੀ ਰੇਖਾ ਖਿੱਚੀਏ, ਕੁਝ ਐਸੀ ਲਿਖਤ ਕਰੀਏ, ਕੁਝ ਐਸਾ ਕਿਸੇ ਨੂੰ ਗਲੇ ਲਗਾਈਏ, ਕੁਝ ਐਸੇ ਦਰਦ ਵੰਡੀਏ, ਕੁਝ ਐਸਾ ਸਮਾਜ ਵਿੱਚ ਫਰਜ਼ ਨਿਭਾਈਏ ਕਿ ਦੁਨੀਆ, ਰਹਿੰਦੀ ਦੁਨੀਆ ਤੱਕ ਸਾਨੂੰ ਯਾਦ ਕਰੇ, ਗੁਰੂ ਨੂੰ ਯਾਦ ਕਰੇ, ਸਿੱਖ ਕੌਮ ਨੂੰ ਯਾਦ ਕਰੇ, ਸਿੱਖ ਧਰਮ ਨੂੰ ਯਾਦ ਕਰੇ। ਇੰਨੀ ਕੁ ਵਾਰਤਾ ਦਿੰਦਾ ਹੋਇਆ ਭੁੱਲ ਚੁੱਕ ਦੀ ਮਾਫੀ ਦੇ ਨਾਲ ਇਸ ਸੂਚਨਾ ਨੂੰ ਇੱਥੇ ਹੀ ਸਮਾਪਤ ਕਰ ਰਿਹਾ ਹਾਂ। ਅਗਲੀ ਸੂਚਨਾ ਵਿੱਚ ਫਿਰ ਮਿਲਾਂਗੇ। ਭੁੱਲ ਚੁੱਕ ਦੀ ਮਾਫੀ। ਉਦੋਂ ਤੱਕ ਦੇ ਲਈ ਇਜਾਜ਼ਤ ਦੇਣਾ ਜੀ। ਫਤਿਹ ਦੀ ਸਾਂਝ ਇੱਕ ਵਾਰ ਫਿਰ ਕਰੀਏ। ਵਾਹਿਗੁਰੂ ਜੀ ਕਾ